ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਅੱਜ ਫੇਰ ਮੈਂ ਤੁਹਾਡੇ ਵਾਸਤੇ ਤੁਹਾਡੇ ਆਪਣੇ ਚੈਨਲ ਪਾਵਰ ਆਫ ਗੁਰਬਾਣੀ ਦੇ ਉੱਤੇ ਇੱਕ ਨਵੀਂ ਵਾਰਤਾ, ਇੱਕ ਨਵੀਂ ਗਾਥਾ, ਇੱਕ ਨਵੀਂ ਕਹਾਣੀ ਲੈ ਕੇ ਆਇਆ। ਅੱਜ ਦੀ ਆਪਣੀ ਕਹਾਣੀ ਦਾ ਵਾਰਤਾ ਦਾ ਵਿਸ਼ਾ ਹੈ ਮੇਰੇ ਦੋਸਤ। ਦੋਸਤੋ, ਮੈਂ ਤੁਹਾਨੂੰ ਅੱਜ ਇੱਕ ਕਹਾਣੀ ਸੁਣਾਉਂਦਾ ਹਾਂ। ਇਹ ਕਹਾਣੀ ਸੱਚ ਦੇ ਤੱਥਾਂ ਉੱਪਰ ਆਧਾਰਿਤ ਹੈ, ਪਰ ਇਸ ਕਹਾਣੀ ਦੇ ਪਾਤਰਾਂ ਦੇ ਨਾਮ ਅਤੇ ਥਾਵਾਂ ਦੇ ਨਾਮ ਕਾਲਪਨਿਕ ਹਨ, ਅਸਲੀ ਨਾਮ ਨਹੀਂ ਹੈ। ਕਾਲਪਨਿਕ ਨਾਮ ਰੱਖੇ ਹਨ ਇਸ ਕਹਾਣੀ ਵਿੱਚ, ਤਾਂ ਕਿ ਇਸ ਕਹਾਣੀ ਦੇ ਜੋ ਅਸਲੀ ਪਾਤਰ ਹਨ, ਜੋ ਸਮਾਜ ਵਿੱਚ ਮਾਨ ਸਨਮਾਨ ਅਤੇ ਇੱਜ਼ਤ ਵਾਲੀ ਜ਼ਿੰਦਗੀ ਬਤੀਤ ਕਰ ਰਹੇ ਹਨ, ਉਹਨਾਂ ਦੀਆਂ ਭਾਵਨਾਵਾਂ ਅਤੇ ਮਾਨ ਸਨਮਾਨ ਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਠੇਸ ਨਾ ਪਹੁੰਚੇ। ਉਹਨਾਂ ਦੀ ਇਜਾਜ਼ਤ ਦੇ ਨਾਲ ਹੀ ਇਸ ਕਹਾਣੀ ਦਾ ਲੇਖਣ ਰੂਪ ਹੋਇਆ ਅਤੇ ਉਹਨਾਂ ਦੇ ਨਾਵਾਂ ਅਤੇ ਥਾਵਾਂ ਨੂੰ ਗੁਪਤ ਰੱਖ ਕੇ ਇਸ ਕਹਾਣੀ ਨੂੰ ਕਾਲਪਨਿਕ ਰੂਪ ਦਿੱਤਾ ਗਿਆ। ਦੋਸਤੋ, ਇਸ ਕਹਾਣੀ ਦਾ ਮੇਨ ਵਿਸ਼ਾ ਹੈ ਕਿ ਸੰਸਾਰ ਦੇ ਰਿਸ਼ਤੇ ਭਾਵੇਂ ਕਿੰਨੇ ਵੀ ਨਜ਼ਦੀਕੀ ਹੋਣ, ਸੰਸਾਰ ਦੇ ਰਿਸ਼ਤੇ ਭਾਵੇਂ ਕਿੰਨੇ ਵੀ ਨਜ਼ਦੀਕੀ ਹੋਣ, ਪਰ ਉਹ ਮਾਇਆ ਦੀ ਭੁੱਖ, ਲਾਲਚ ਅਤੇ ਮਤਲਬਾਂ ਦੇ ਉੱਪਰ ਹੀ ਖੜੇ ਹੁੰਦੇ ਹਨ। ਕੋਈ ਕਿਸਮਤ ਵਾਲਾ ਮਨੁੱਖ ਹੀ ਹੋਣਾ ਜਿਸ ਦੇ ਨਾਲ ਇਹੋ ਜਿਹਾ ਹਾਦਸਾ ਨਹੀਂ ਵਾਪਰਦਾ। ਪਰਿਵਾਰ ਦੇ ਮੁਖੀ ਨੇ ਭਾਵੇਂ ਬੱਚਿਆਂ ਨੂੰ ਉਹਨਾਂ ਦੀ ਹਰ ਖੁਸ਼ੀ ਪੂਰੀ ਕਰਕੇ ਪਾਲੇ ਹੋਣ ਅਤੇ ਭਾਵੇਂ ਮਜਬੂਰੀ ਅਤੇ ਬੇਵਸੀ ਦੇ ਵਿੱਚ ਜਕੜੇ ਹੋਏ ਨੇ ਪਾਲੇ ਹੋਣ, ਪਰ ਅਖੀਰ ਨੂੰ ਨਤੀਜਾ ਇਹੀ ਨਿਕਲਦਾ। ਇਸ ਕਹਾਣੀ ਦੇ ਦੋ ਪਾਤਰ ਹਨ। ਇੱਕ ਤਾਂ ਪਰਿਵਾਰ ਦੇ ਮੋਹ ਵਿੱਚ ਦੁਖੀ ਹੋਇਆ ਦੁਖੀ ਰਾਮ, ਦੂਜਾ ਸੰਸਾਰ ਦੀ ਮੋਹ ਮਾਇਆ ਤੋਂ ਉੱਚਾ ਉੱਠ ਕੇ ਨਾਮ ਬਾਣੀ ਵਿੱਚ ਰੰਗੀ ਆਤਮਾ, ਆਤਮਾ ਰਾਮ। ਦੋ ਪਾਤਰ ਹਨ, ਦੁਖੀ ਰਾਮ ਅਤੇ ਆਤਮਾ ਰਾਮ। ਇਹੋ ਜਿਹੀਆਂ ਸੱਚੀਆਂ ਕਹਾਣੀਆਂ ਅਤੇ ਨਾਵਲ ਮੈਂ ਬਹੁਤ ਲਿਖੇ ਹਨ ਅਤੇ ਇਹਨਾਂ ਸੱਚੀਆਂ ਕਹਾਣੀਆਂ ਨੂੰ ਹਾਸਲ ਕਰਨ ਵਾਸਤੇ ਮੈਂ ਬਹੁਤ ਥਾਵਾਂ ਉੱਤੇ ਤੁਰ ਫਿਰ ਕੇ ਅਤੇ ਮਿਹਨਤ ਕਰਕੇ ਲਿਖਿਆ। ਇਹ ਵਾਰਤਾ ਥੋੜ੍ਹੀ ਲੰਬੀ ਜ਼ਰੂਰ ਹੈ, ਪਰ ਕਿਰਪਾ ਕਰਕੇ ਤੁਸੀਂ ਅਖੀਰ ਤੱਕ ਸੁਣਨ ਦੀ ਕੋਸ਼ਿਸ਼ ਕਰਨਾ। ਇਹ ਕਹਾਣੀ ਆਪਣਿਆਂ ਦੇ ਦਿੱਤੇ ਦਰਦ ਨਾਲ ਭਰੀ ਹੋਈ ਹੈ। ਮੈਨੂੰ ਲੱਗਦਾ ਕਿ ਇਸ ਕਹਾਣੀ ਨੂੰ ਸੁਣ ਕੇ ਤੁਸੀਂ ਰੋਣ ਲੱਗ ਜਾਓਗੇ। This is a true emotional story that make you cry. ਇਹ ਕਹਾਣੀ ਅਤੇ ਇਸ ਤਰ੍ਹਾਂ ਦੀਆਂ ਕਹਾਣੀਆਂ ਅਤੇ ਨਾਵਲ ਲਿਖਣ ਦੀ ਪ੍ਰੇਰਨਾ ਮੈਨੂੰ ਸਿੱਖ ਪੰਥ ਦੇ ਮਹਾਨ ਵਿਦਵਾਨ ਅਤੇ ਸ਼੍ਰੋਮਣੀ ਢਾਡੀ ਗਿਆਨੀ ਸੋਹਣ ਸਿੰਘ ਜੀ ਸੀਤਲ ਕੋਲੋਂ ਮਿਲੀ ਹੈ। ਉਹਨਾਂ ਨੇ ਧਰਮ ਪ੍ਰਚਾਰ ਵੀ ਬਹੁਤ ਕੀਤਾ, ਧਾਰਮਿਕ ਲਿਟਰੇਚਰ ਵੀ ਬਹੁਤ ਲਿਖਿਆ ਅਤੇ ਪੰਜਾਬੀ ਸਾਹਿਤ ਨਾਲ ਸੰਬੰਧਿਤ ਬਹੁਤ ਸਾਰੇ ਨਾਵਲ ਵੀ ਲਿਖੇ ਹਨ। ਬਾਲੀਵੁੱਡ ਦੇ ਸੁਪਰ ਡੁਪਰ ਹੀਰੋ ਬਲਰਾਜ ਸਾਹਨੀ ਜੀ ਨੇ ਪੰਜਾਬੀ ਅਤੇ ਹਿੰਦੀ ਦੇ ਵਿੱਚ ਬਹੁਤ ਸਾਰੇ ਨਾਵਲ ਲਿਖੇ ਹਨ। ਉਹ ਆਪਣਾ ਹਰ ਨਾਵਲ ਲਿਖ ਕੇ
ਛਪਾਉਣ ਤੋਂ ਪਹਿਲਾਂ ਗਿਆਨੀ ਸੋਹਣ ਸਿੰਘ ਜੀ ਸੀਤਲ ਪਾਸੋਂ ਚੈੱਕ ਕਰਵਾਉਂਦੇ ਸਨ। ਗਿਆਨੀ ਸੋਹਣ ਸਿੰਘ ਜੀ ਸੀਤਲ ਆਪਣੀ ਤਿਕਸ਼ਣ ਬੁੱਧੀ ਦੇ ਨਾਲ ਉਸ ਨਾਵਲ ਨੂੰ ਪੜ੍ਹ ਕੇ ਉਸ ਦੀਆਂ ਉਣਤਾਈਆਂ ਦੇਖਦੇ ਸਨ ਅਤੇ ਫਿਰ ਕਿਤੇ ਜਾ ਕੇ ਬਲਰਾਜ ਸਾਹਨੀ ਜੀ ਆਪਣਾ ਨਾਵਲ ਛਪਾਉਂਦੇ ਸਨ। ਬਲਰਾਜ ਸਾਹਨੀ ਜੀ ਗਿਆਨੀ ਸੋਹਣ ਸਿੰਘ ਜੀ ਸੀਤਲ ਬਾਰੇ ਇੱਕ ਥਾਂ 'ਤੇ ਲਿਖਦੇ ਹਨ ਕਿ ਗਿਆਨੀ ਜੀ ਪੰਜਾਬੀ ਸਾਹਿਤ ਅਤੇ ਧਾਰਮਿਕ ਸਾਹਿਤ ਦੇ ਮਹਾਨ ਵਿਦਵਾਨ ਹਨ। ਉਹਨਾਂ ਨੂੰ ਈਸ਼ਵਰ ਨੇ ਬਾਕਮਾਲ ਦੀ ਤੀਕਸ਼ਣ ਬੁੱਧੀ ਦਿੱਤੀ ਹੈ। ਉਹ ਪੰਜਾਬੀ ਅਤੇ ਹਿੰਦੀ ਦੇ ਸਾਹਿਤ ਵਿੱਚ ਬਹੁਤ ਉੱਚਾ ਰੁਤਬਾ ਰੱਖਦੇ ਹਨ। ਉਹ ਸਮੇਂ-ਸਮੇਂ ਸਿਰ ਮੈਨੂੰ ਚੰਗਾ ਅਤੇ ਵਧੀਆ ਲਿਖਣ ਦੀ ਪ੍ਰੇਰਨਾ ਦਿੰਦੇ ਰਹਿੰਦੇ ਹਨ। ਇਸ ਤਰ੍ਹਾਂ ਬਲਰਾਜ ਸਾਹਨੀ ਜੋ ਆਪਣੇ ਸਮੇਂ ਦੇ ਸੁਪਰ ਡੁਪਰ ਹੀਰੋ ਹੋਏ ਹਨ ਬਾਲੀਵੁੱਡ ਦੇ, ਉਹਨਾਂ ਦਾ ਕਹਿਣਾ ਹੈ। ਗਿਆਨੀ ਸੋਹਣ ਸਿੰਘ ਜੀ ਸੀਤਲ ਦੇ ਜੀਵਨ ਤੋਂ ਪ੍ਰਭਾਵਿਤ ਹੋ ਕੇ ਮੈਂ ਬਹੁਤ ਸਾਰਾ ਧਾਰਮਿਕ ਸਾਹਿਤ ਲਿਖਿਆ ਹੈ, ਜਿਵੇਂ ਏ ਸ਼ਾਰਪ ਮਾਈਂਡ ਸਿੱਖ ਇੱਕ ਕਿਤਾਬ ਲਿਖੀ ਹੈ, ਏ ਸ਼ਾਰਪ ਮਾਈਂਡ ਸਿੱਖ ਐਂਡ ਗਿਆਨ ਰਤਨਾਕਰ ਐਂਡ ਗੁਰਬਾਣੀ ਗਿਆਨ ਬੋਧ ਆਦਿ ਹੋਰ ਬਹੁਤ ਸਾਰੀਆਂ ਕਿਤਾਬਾਂ ਤੇ ਗ੍ਰੰਥ ਮੈਂ ਲਿਖੇ ਹੈ ਧਾਰਮਿਕ, ਜਿਸ ਦੇ ਕੁਝ ਕੁ ਅੰਸ਼ YouTube ਚੈਨਲ ਗੁਰੂ ਨਾਨਕ ਬਾਣੀ ਪਾਠਸ਼ਾਲਾ ਤੋਂ ਸੁਣੇ ਜਾ ਸਕਦੇ ਆ। ਗੁਰੂ ਨਾਨਕ ਬਾਣੀ ਪਾਠਸ਼ਾਲਾ YouTube ਚੈਨਲ ਹੈ, ਉਸ ਤੋਂ ਸੁਣੇ ਜਾ ਸਕਦੇ ਆ। ਅਤੇ ਮੈਂ ਬਹੁਤ ਸਾਰਾ ਪੰਜਾਬੀ ਸਾਹਿਤ ਵੀ ਲਿਖਿਆ ਹੈ, ਨਾਵਲਾਂ ਦੇ ਰੂਪ ਵਿੱਚ, ਕਹਾਣੀਆਂ ਦੇ ਰੂਪ ਵਿੱਚ, ਜਿਵੇਂ ਮੇਰੀ ਆਪਣੀ ਲਿਖੀ ਕਹਾਣੀ ਹੈ ਸਵਾਸਾਂ ਦਾ ਸਫ਼ਰ, ਮੁਰਝਾਉਂਦੇ ਫੁੱਲਾਂ ਦੀ ਮਹਿਕ ਆਦਿਕ। ਹੋਰ ਵੀ ਕਿੰਨੇ ਨਾਵਲ ਲਿਖੇ ਹਨ ਪੰਜਾਬੀ, ਜੋ YouTube ਚੈਨਲ ਜ਼ਿੰਦਗੀ ਦੇ ਆਸ-ਪਾਸ ਆਡੀਓ ਬੁੱਕ ਤੋਂ ਸੁਣਿਆ ਜਾ ਸਕਦਾ। ਸੰਗਤ ਜੀ, ਅੱਜ ਮੈਂ ਤੁਹਾਡੇ ਨਾਲ ਇੱਕ ਸੱਚੀ ਘਟਨਾ ਸਾਂਝੀ ਕਰਨ ਲੱਗਿਆ, ਪਰ ਇਸ ਦੇ ਪਾਤਰਾਂ ਦੇ ਨਾਮ ਕਾਲਪਨਿਕ ਹਨ, ਤਾਂ ਕਿ ਉਹਨਾਂ ਦੋ ਦੋਸਤਾਂ ਦੇ ਜੀਵਨ ਦੀ ਅੰਤਮ ਕਹਾਣੀ ਛੁਪੀ ਰਹੇ ਅਤੇ ਵਿਚਾਰੇ ਮੰਗੀ ਰਾਮ ਉੱਤੇ ਵੀ ਕੋਈ ਦੋਸ਼ ਨਾ ਆਵੇ। ਸੋ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ ਮੈਂ ਇਹ ਕਹਾਣੀ ਹਾਸਲ ਕਿਵੇਂ ਕੀਤੀ। ਦੋਸਤੋ, ਜਦੋਂ ਮੈਂ ਮੰਗੀ ਰਾਮ ਨੂੰ ਪਹਿਲੀ ਵਾਰ ਮਿਲਿਆ ਸੀ ਤਾਂ ਉਹ ਮੈਨੂੰ ਘੁੱਟ ਕੇ ਜੱਫੀ ਪਾ ਕੇ ਮਿਲਿਆ ਸੀ ਅਤੇ ਨਾਲ ਹੀ ਉਸਨੇ ਆਪਣੀਆਂ ਅੱਖਾਂ ਵਿੱਚ ਪਾਣੀ ਭਰ ਕੇ ਆਖਿਆ ਸੀ, ਭਾਜੀ, ਤੁਹਾਨੂੰ ਦੇਖ ਕੇ ਅੱਜ ਮੈਨੂੰ ਮੇਰੇ ਦੋਸਤ ਆਤਮਾ ਰਾਮ ਦੀ ਯਾਦ ਆ ਗਈ ਹੈ। ਉਹਦੀ ਸੀਰਤ ਸੂਰਤ ਬਿਲਕੁਲ ਤੁਹਾਡੇ ਵਰਗੀ ਸੀ। ਉਹ ਤੁਹਾਡੇ ਵਾਂਗ ਹੀ ਮਿੱਠਾ ਮਿੱਠਾ ਬੋਲਦੇ ਸਨ। ਤੁਹਾਨੂੰ ਦੇਖ ਕੇ ਮੈਨੂੰ ਇਉਂ ਲੱਗਿਆ ਜਿਵੇਂ ਅੱਜ ਮੈਂ ਜਿਉਂਦੇ ਜਾਗਦੇ ਆਪਣੇ ਦੋਸਤ ਆਤਮਾ ਰਾਮ ਨੂੰ ਮਿਲ ਲਿਆ ਹੋਵਾਂ। ਦੋਸਤੋ, ਇਹ ਕਹਾਣੀ ਥੋੜ੍ਹੀ ਜਿਹੀ ਇਮੋਸ਼ਨਲ ਹੈ। ਜਦੋਂ ਮੈਂ ਮੰਗੀ ਰਾਮ ਕੋਲੋਂ ਸੁਣੀ ਸੀ, ਮੰਗੀ ਰਾਮ ਵੀ ਬਹੁਤ ਰੋਂਦਾ ਸੀ ਸੁਣਾਉਣ ਲੱਗਾ, ਅਤੇ ਸੁਣਨ ਲੱਗਿਆ ਮੈਂ ਵੀ ਬਹੁਤ ਰੋਇਆ ਸੀ। ਸ਼ਾਇਦ ਹੋ ਸਕਦਾ ਮੈਂ ਹੁਣ ਵੀ ਸੁਣਾਉਂਦਾ ਥੋੜ੍ਹਾ ਜਿਹਾ ਇਮੋਸ਼ਨਲ ਹੋ ਜਾ, ਬਟ ਤੁਸੀਂ ਧਿਆਨ ਦੇ ਨਾਲ ਸੁਣਨਾ। ਮੰਗੀ ਰਾਮ ਜਦੋਂ ਵੀ ਮੈਨੂੰ ਮਿਲਦਾ ਸੀ, ਮੈਂ ਉਹਨੂੰ ਵਾਰ-ਵਾਰ ਕੋਸ਼ਿਸ਼ ਕੀਤੀ ਮਿਲਣ ਦੀ, ਇਹ ਕਹਾਣੀ ਉਸ ਕੋਲੋਂ ਪ੍ਰਾਪਤ ਕਰਨ ਵਾਸਤੇ। ਤਾਂ ਮੰਗੀ ਰਾਮ ਜਦੋਂ ਵੀ ਮੈਨੂੰ ਮਿਲਦਾ ਸੀ ਤਾਂ ਉਹ ਆਪਣੇ ਦੋਸਤਾਂ ਆਤਮਾ ਰਾਮ ਅਤੇ ਦੁਖੀ ਰਾਮ ਦੀ ਗੱਲ ਕਰਨਾ ਨਹੀਂ ਭੁੱਲਦਾ ਸੀ ਅਤੇ ਉਹ ਹਰ ਵਾਰ ਮੰਗੀ ਰਾਮ ਅਤੇ ਮੈਂ ਹਰ ਵਾਰ ਮੰਗੀ ਰਾਮ ਨੂੰ ਕਹਿੰਦਾ ਸੀ, ਮੰਗੀ ਰਾਮ ਜੀ, ਮੈਨੂੰ ਵੀ ਕਦੇ ਆਪਣੇ ਦੋਸਤਾਂ ਬਾਰੇ ਦੋ ਗੱਲਾਂ ਦੱਸ ਦਿਓ ਤਾਂ ਕਿ ਮੈਨੂੰ ਵੀ ਪਤਾ ਲੱਗ ਜਾਏ ਤੁਹਾਡੇ ਦੋਸਤ ਕਿੰਨੇ ਚੰਗੇ ਸਨ, ਜਿਨ੍ਹਾਂ ਦਾ ਨਾਮ ਤੁਸੀਂ ਤਸਬੀਹ ਦੇ ਮਣਕਿਆਂ ਵਾਂਗ ਜਪਦੇ ਹੀ ਰਹਿੰਦੇ ਹੋ,
ਪਰ ਮੰਗੀ ਰਾਮ ਹਰ ਵਾਰ ਆਪਣੇ ਦੋਸਤਾਂ ਦੀ ਗਾਥਾ ਦੱਸਣ ਤੋਂ ਕੰਨੀ ਕਤਰਾ ਜਾਂਦਾ ਸੀ ਅਤੇ ਗੱਲ ਨੂੰ ਹੋਰ ਹੀ ਕਿਸੇ ਪਾਸੇ ਲੈ ਜਾਂਦਾ ਸੀ। ਆਖਰ 4-5 ਮੁਲਾਕਾਤਾਂ ਤੋਂ ਬਾਅਦ ਵਾਰ-ਵਾਰ ਕਹਿਣ ਉੱਤੇ ਮੰਗੀ ਰਾਮ ਆਪਣੇ ਦੋਸਤਾਂ ਦੀ ਪਿਆਰ ਭਰੀ ਕਹਾਣੀ ਸੁਣਾਉਣ ਨੂੰ ਮੰਨ ਗਿਆ। ਇੱਕ ਦਿਨ ਉਹ ਕਹਿੰਦਾ, ਚਲੋ ਠੀਕ ਆ ਭਾਜੀ, ਅੱਜ ਮੈਂ ਤੁਹਾਨੂੰ ਆਪਣੇ ਦੋਸਤ ਆਤਮਾ ਰਾਮ ਅਤੇ ਦੁਖੀ ਰਾਮ ਦੀ ਕਹਾਣੀ ਸੁਣਾ ਹੀ ਦਿੰਦਾ, ਤੁਸੀਂ 2 ਮਿੰਟ ਬੈਠੋ। ਇਹ ਕਹਿ ਕੇ ਮੰਗੀ ਰਾਮ ਨੇ ਇੱਕ ਸਾਫ ਸੁਥਰਾ ਕੁੜਤਾ ਪਜਾਮਾ ਲਿਆ ਕੇ ਮੇਰੇ ਕੋਲ ਮੰਜੇ ਉੱਤੇ ਰੱਖ ਦਿੱਤਾ ਅਤੇ ਆਪ ਉਹ ਉਜੂ ਕਰਨ ਲੱਗਾ। ਉਸਨੇ ਪਹਿਲਾਂ ਆਪਣਾ ਮੂੰਹ ਧੋਤਾ, ਨੱਕ ਦੇ ਵਿੱਚ ਉਂਗਲ ਮਾਰ ਕੇ ਨੱਕ ਸਾਫ਼ ਕੀਤਾ, ਕੰਨਾਂ ਵਿੱਚ ਉਂਗਲ ਮਾਰ ਕੇ ਕੰਨ ਸਾਫ਼ ਕੀਤੇ, ਕੂਹਣੀ ਤੱਕ ਬਾਹਾਂ ਧੋਤੀਆਂ ਅਤੇ ਫਿਰ ਪੈਰ ਧੋਤੇ। ਇਹ ਸਭ ਦੇਖ ਕੇ ਮੈਂ ਸੋਚਦਾ ਰਿਹਾ ਕਿ ਸ਼ਾਇਦ ਮੰਗੀ ਰਾਮ ਦਾ ਨਮਾਜ਼ ਦਾ ਵਕਤ ਹੋ ਗਿਆ ਅਤੇ ਹੁਣ ਉਹ ਮੇਰੇ ਨਾਲ ਨਮਾਜ਼ ਤੋਂ ਬਾਅਦ ਹੀ ਗੱਲ ਕਰੇਗਾ। ਕੋਲ ਪਏ ਕੁੜਤੇ ਪਜਾਮੇ ਬਾਰੇ ਮੈਂ ਸੋਚਦਾ ਰਿਹਾ ਕਿ ਇਹ ਕੁੜਤਾ ਪਜਾਮਾ ਇਸ ਦੇ ਦੋਸਤਾਂ ਵਿੱਚੋਂ ਕਿਸੇ ਇੱਕ ਜਣੇ ਦਾ ਹੋਣਾ ਹੈ, ਜੋ ਨਿਸ਼ਾਨੀ ਵਜੋਂ ਮੈਨੂੰ ਦਿਖਾਉਣ ਲਈ ਲਿਆ ਕੇ ਮੇਰੇ ਕੋਲੇ ਰੱਖਿਆ। ਮੰਗੀ ਰਾਮ ਨੇ ਮੂੰਹ ਹੱਥ ਧੋ ਕੇ ਉਹ ਕੁੜਤਾ ਪਜਾਮਾ ਪਾ ਲਿਆ ਅਤੇ ਮੰਜੇ ਉੱਤੇ ਚੌਂਕੜੀ ਮਾਰ ਕੇ ਬੈਠ ਗਿਆ। ਫਿਰ ਉਹ ਮੈਨੂੰ ਕਹਿਣ ਲੱਗਾ, ਲਓ ਭਾਜੀ, ਹੁਣ ਮੈਂ ਤੁਹਾਨੂੰ ਆਪਣੇ ਦੋਸਤਾਂ ਦੀ ਕਹਾਣੀ ਸੁਣਾਉਂਦਾ। ਮੈਂ ਆਖਿਆ, ਮੰਗੀ ਰਾਮ ਜੀ, ਆਪਣੇ ਦੋਸਤਾਂ ਦੀ ਕਹਾਣੀ ਸੁਣਾਉਣ ਵਾਸਤੇ ਤੁਸੀਂ ਤਾਂ ਐਂ ਤਿਆਰ ਹੋਏ ਜਿਵੇਂ ਨਮਾਜ਼ ਪੜ੍ਹਨੀ ਹੋਵੇ। ਮੰਗੀ ਰਾਮ ਨੇ ਆਖਿਆ, ਭਾਜੀ, ਮੇਰੇ ਦੋਸਤਾਂ ਦੀ ਗਾਥਾ ਸੁਣਾਉਣੀ ਕਿਸੇ ਵੀ ਨਮਾਜ਼ ਜਾਂ ਪ੍ਰਾਰਥਨਾ ਨਾਲੋਂ ਘੱਟ ਨਹੀਂ। ਮੇਰੇ ਦੋਸਤਾਂ ਦੀ ਯਾਦ ਖੁਦਾ ਦੀ ਇਬਾਦਤ ਵਿੱਚ ਬੈਠਣ ਨਾਲੋਂ ਵੀ ਘੱਟ ਨਹੀਂ ਹੈ। ਉਹ ਖੁਦਾ ਦੇ ਨਾਮ ਵਾਂਗ ਪਵਿੱਤਰ ਤੇ ਪਾਕ ਸਨ। ਉਹਨਾਂ ਦੀ ਦੋਸਤੀ ਦੇ ਸਾਥ ਨੇ ਮੇਰੇ ਜੀਵਨ ਨੂੰ ਬਹੁਤ ਰੋਸ਼ਨ ਕੀਤਾ ਹੈ ਅਤੇ ਅੱਜ ਉਹਨਾਂ ਦੀ ਨਾਮੌਜੂਦਗੀ ਮੈਨੂੰ ਉਦਾਸੀ ਦੇ ਹਨੇਰਿਆਂ ਵਿੱਚ ਲੈ ਜਾਂਦੀ ਹੈ। ਕਦੀ ਕਦੀ ਹਰ ਸਮੇਂ ਮੈਂ ਉਦਾਸੀ ਦੇ ਹਨੇਰਿਆਂ ਵਿੱਚ ਹੀ ਰਹਿੰਦਾ ਹਾਂ। ਫਿਰ ਮੰਗੀ ਰਾਮ ਨੇ ਆਪਣੇ ਦਰਦ ਨੂੰ ਜ਼ਾਹਰ ਕਰਨ ਲਈ ਇੱਕ ਮਿੱਠਾ ਜਿਹਾ ਤੇ ਠੰਡਾ ਜਿਹਾ ਸਾਹ ਲਿਆ ਅਤੇ ਇਸ ਸ਼ੇਰ ਦੀਆਂ 2 ਲਾਈਨਾਂ ਬੋਲੀਆਂ। ਕਹਿੰਦਾ, ਦਿਲ ਕੀ ਲਗੀ ਕੋ ਦਿਲ में जलने दो यारो, दिल की लगी को दिल में जलने दो यारो, जुबां पे आ गई तो जंगल की आग बन जाएगी। दिल की लगी को दिल में जलने दो यारो, जुबां पे आ गई तो जंगल की आग बन जाएगी। ਇਹ ਕਹਿ ਕੇ ਮੰਗੀ ਰਾਮ ਨੇ ਆਪਣੇ ਦੋਸਤਾਂ ਦੀ ਕਹਾਣੀ ਸ਼ੁਰੂ ਕਰ ਦਿੱਤੀ। ਮੰਗੀ ਰਾਮ ਨੇ ਕਿਹਾ, ਭਾਜੀ, ਅੱਜ ਮੈਂ ਤੁਹਾਨੂੰ ਆਪਣੇ ਦੋਸਤਾਂ ਦੀ ਸੱਚੀ ਕਹਾਣੀ ਸੁਣਾਉਂਦਾ। ਮੇਰੇ ਬਚਪਨ ਦੇ 2 ਦੋਸਤ ਸਨ। ਦੋਸਤੀ ਤਾਂ ਸਾਡੀ 3 ਜਣਿਆਂ ਦੀ ਪੱਕੀ ਸੀ, ਪਰ ਉਹਨਾਂ ਦੋਵਾਂ ਦਾ ਆਪਸ ਵਿੱਚ ਬਹੁਤ ਗੂੜਾ ਪਿਆਰ ਸੀ। ਉਹ ਇੱਕ ਦੂਜੇ ਨੂੰ ਮਿਲੇ ਬਿਨਾਂ ਇੱਕ ਪਲ ਵੀ ਨਹੀਂ ਰਹਿ ਸਕਦੇ ਸੀ। ਇੱਕ ਜਿੰਦ ਜਾਨ ਸਨ। ਉਹ ਦੋਵੇਂ ਇਕੱਠੇ ਹੀ ਖਾਂਦੇ ਪੀਂਦੇ ਸੀ। ਉਹਨਾਂ ਦੀ ਦੋਸਤੀ ਵਿੱਚ ਸ਼ਾਮਲ ਹੋਣਾ ਮੇਰੇ ਵਾਸਤੇ ਬਹੁਤ ਹੀ ਮਾਣ ਵਾਲੀ ਗੱਲ ਸੀ। ਜਿਸ ਦਿਨ ਅਤੇ ਜਿਸ ਟਾਈਮ ਉੱਤੇ ਆਤਮਾ ਰਾਮ ਦਾ ਜਨਮ ਹੋਇਆ ਸੀ, ਉਸੇ ਦਿਨ ਅਤੇ ਉਸੇ ਟਾਈਮ ਉੱਤੇ ਦੁਖੀ ਰਾਮ ਦਾ ਜਨਮ ਹੋਇਆ ਸੀ। ਦੁਖੀ ਰਾਮ ਦੀ ਮਾਂ ਅਤੇ ਆਤਮਾ ਰਾਮ ਦੀ ਮਾਂ ਦੋਵੇਂ ਇੱਕ ਜਾਨ ਪੱਕੀਆਂ ਸਹੇਲੀਆਂ ਸਨ।
ਦੁਖੀ ਰਾਮ ਦਾ ਅਸਲੀ ਨਾਮ ਸੰਸਾਰ ਚੰਦ ਸੀ, ਪਰ ਆਤਮਾ ਰਾਮ ਉਸ ਨੂੰ ਦੁਖੀ ਰਾਮ ਕਹਿ ਕੇ ਬੁਲਾਉਂਦਾ ਹੁੰਦਾ ਸੀ। ਆਤਮਾ ਰਾਮ ਦਾ ਅਸਲੀ ਨਾਮ ਈਸ਼ਰ ਸਿੰਘ ਸੀ, ਪਰ ਦੁਖੀ ਰਾਮ ਉਸ ਨੂੰ ਆਤਮਾ ਰਾਮ ਕਹਿ ਕੇ ਬੁਲਾਉਂਦਾ ਹੁੰਦਾ ਸੀ। ਭਾਜੀ ਮੇਰਾ ਨਾਮ ਅਸਲਮ ਖਾਨ ਹੈ, ਪਰ ਉਹ ਦੋਵੇਂ ਮੈਨੂੰ ਮੰਗੀ ਰਾਮ ਕਹਿ ਕੇ ਬੁਲਾਉਂਦੇ ਹੁੰਦੇ ਸੀ। ਅਤੇ ਇਸ ਤਰ੍ਹਾਂ ਮੰਗੀ ਰਾਮ ਕਹਿੰਦਿਆਂ ਕਹਿੰਦਿਆਂ ਉਹ ਮੈਨੂੰ ਕਹਿੰਦੇ ਰਹੇ ਪਿੰਡ 'ਚ ਮੇਰਾ ਨਾਮ ਮੰਗੀ ਰਾਮ ਹੀ ਪੱਕ ਗਿਆ। ਭਾਜੀ ਈਸ਼ਰ ਸਿੰਘ ਚੁੱਪ ਰਹਿੰਦਾ ਸੀ ਅਤੇ ਉਸ ਦਾ ਮਨ ਪ੍ਰਭੂ ਸਿਮਰਨ ਵਿੱਚ ਲੱਗਿਆ ਰਹਿੰਦਾ ਸੀ। ਉਹ ਕਿਸੇ ਦੀ ਵਾਧੂ ਘਾਟੂ ਗੱਲ ਨਹੀਂ ਕਰਦਾ ਸੀ, ਇਸ ਲਈ ਦੁਖੀ ਰਾਮ ਨੇ ਉਸ ਦਾ ਨਾਮ ਆਤਮਾ ਰਾਮ ਹੀ ਰੱਖ ਦਿੱਤਾ ਸੀ। ਸੰਸਾਰ ਚੰਦ ਹਰ ਵੇਲੇ ਦੁਨੀਆ ਵਿੱਚ ਗਵਾਚਿਆ ਰਹਿੰਦਾ ਸੀ। ਲਾਲਚ ਅਤੇ ਰਿਸ਼ਤਿਆਂ ਕਰਕੇ ਦੁਖੀ ਰਹਿੰਦਾ ਸੀ, ਇਸ ਲਈ ਈਸ਼ਰ ਸਿੰਘ ਨੇ ਉਸ ਦਾ ਨਾਮ ਦੁਖੀ ਰਾਮ ਰੱਖ ਦਿੱਤਾ। ਮੈਂ ਉਹਨਾਂ ਨਾਲ ਹਰ ਵੇਲੇ ਤਾਂ ਨਹੀਂ ਰਹਿੰਦਾ ਸੀ, ਪਰ ਮੈਂ ਜਦੋਂ ਉਹਨਾਂ ਨੂੰ ਮਿਲਦਾ ਸੀ ਤਾਂ ਉਹ ਦੋਵੇਂ ਮੈਨੂੰ ਪਿਆਰ ਬਹੁਤ ਕਰਦੇ ਹੁੰਦੇ ਸੀ। ਮੈਂ ਉਹਨਾਂ ਦੀ ਹਰ ਆਦਤ ਤੋਂ ਚੰਗੀ ਤਰ੍ਹਾਂ ਵਾਕਫ ਸੀ ਅਤੇ ਉਹ ਮੈਨੂੰ ਆਪਣੀ ਦੋਸਤੀ ਦਾ ਇੱਕ ਹਿੱਸਾ ਸਮਝਦੇ ਸੀ। ਉਹਨਾਂ ਦਾ ਸਾਥੀ ਹੋਣ ਕਰਕੇ ਮੈਂ ਆਪਣੇ ਆਪ ਨੂੰ ਕਿਸਮਤ ਵਾਲਾ ਬੰਦਾ ਸਮਝਦਾ ਸੀ। ਦੁਖੀ ਰਾਮ ਕਈ ਸਾਲ ਪਹਿਲਾਂ ਵੀ ਪਰਿਵਾਰ ਦੇ ਝੰਜਟਾਂ ਵਿੱਚ ਫਸ ਕੇ ਦੁਖੀ ਸੀ ਅਤੇ ਅਖੀਰ ਤੱਕ ਵੀ ਉਹ ਬਹੁਤ ਦੁਖੀ ਹੀ ਰਿਹਾ ਸੀ। ਮੰਗੀ ਰਾਮ ਕਹਿੰਦਾ, ਸੁਣੋ ਭਾਜੀ, ਬੀਤੇ ਸਮੇਂ ਦੀ ਗੱਲ ਸੁਣਾਉਂਦਾ ਤੁਹਾਨੂੰ। ਪਿਛਲੇ ਕਈ ਦਿਨਾਂ ਤੋਂ ਦੁਖੀ ਰਾਮ ਦਾ ਮੈਨੂੰ ਫੋਨ ਆ ਰਿਹਾ ਸੀ ਅਤੇ ਅਸੀਂ ਫੋਨ ਉੱਤੇ ਗੱਲਾਂ ਬਾਤਾਂ ਕਰਦੇ ਹੀ ਰਹਿੰਦੇ ਸੀ। ਉਹ ਪਰਿਵਾਰ ਦੇ ਝਮੇਲਿਆਂ ਕਰਕੇ ਬਹੁਤ ਦੁਖੀ ਸੀ। ਉਹ ਬੀਤੇ ਸਮੇਂ ਨੂੰ ਯਾਦ ਕਰਦਾ ਹੈ ਅਤੇ ਪਰਿਵਾਰ ਦੇ ਦੁੱਖਾਂ ਤੋਂ ਦੁਖੀ ਹੋ ਕੇ ਅੱਜ ਕੱਲ੍ਹ ਉਹ ਮੇਰੇ ਨਾਲ ਬਹੁਤ ਰੋਂਦਾ ਹੈ। ਅੱਜ ਕੱਲ੍ਹ ਅਸੀਂ ਦਿਨ ਵਿੱਚ ਬਹੁਤ ਵਾਰੀ ਫੋਨ ਉੱਤੇ ਗੱਲਾਂ ਕਰਦੇ ਹਾਂ ਅਤੇ ਉਹ ਹਰ ਵਾਰੀ ਮੇਰੇ ਕੋਲ ਰੋ ਕੇ ਆਪਣੀ ਦੁੱਖਾਂ ਦੀ ਝੜੀ ਲਾ ਦਿੰਦਾ ਹੈ। ਮੇਰੇ ਦੋਸਤ ਦੁਖੀ ਰਾਮ ਨੇ ਆਪਣੇ ਪਰਿਵਾਰ ਵਾਸਤੇ ਬਹੁਤ ਦੁੱਖ ਝੱਲੇ ਹਨ। ਉਹ ਰਾਤ ਦਿਨ ਪਰਿਵਾਰ ਦੀ ਚਿੰਤਾ ਵਿੱਚ ਰਹਿੰਦਾ ਸੀ। ਉਹ ਬੱਚਿਆਂ ਨੂੰ ਸੁਖੀ ਰੱਖਣ ਵਾਸਤੇ ਬਹੁਤ ਮਿਹਨਤ ਕਰਦਾ ਸੀ। ਇਸੇ ਕਰਕੇ ਨਾ ਉਹ ਬੱਚਿਆਂ ਨੂੰ ਪੂਰਾ ਪਿਆਰ ਦੇ ਸਕਿਆ ਅਤੇ ਨਾ ਹੀ ਆਪਣੇ ਬੱਚਿਆਂ ਦਾ ਪਿਆਰ ਪਾ ਸਕਿਆ। ਆਪਣੇ ਬੱਚਿਆਂ ਨੂੰ ਚੰਗੀ ਪੜ੍ਹੀ ਲਿਖੀ ਅਤੇ ਸੁਖੀ ਜ਼ਿੰਦਗੀ ਦੇਣ ਵਾਸਤੇ ਉਹ ਹਮੇਸ਼ਾ ਬੱਚਿਆਂ ਤੋਂ ਦੂਰ ਵਿਦੇਸ਼ਾਂ ਵਿੱਚ ਹੀ ਰਿਹਾ ਹੈ। ਆਪਣੇ ਬੱਚਿਆਂ ਦੇ ਜਨਮ ਦਿਨ ਜਾਂ ਹੋਰ ਖੁਸ਼ੀ ਦੇ ਮੌਕੇ ਦੇਖਣੇ ਉਸਦੇ ਨਸੀਬ ਵਿੱਚ ਨਾ ਹੋਏ, ਪਰ ਉਸਨੇ ਕਦੇ ਵੀ ਆਪਣੇ ਬੱਚਿਆਂ ਦੀਆਂ ਖੁਸ਼ੀਆਂ ਅਤੇ ਮੰਗਾਂ ਨੂੰ ਅਧੂਰਾ ਨਹੀਂ ਰਹਿਣ ਦਿੱਤਾ। ਉਸਨੇ ਉਹਨਾਂ ਦੀ ਹਰ ਮੰਗ ਆਪਣੀ ਕਮਾਈ ਮੁਤਾਬਕ ਪੂਰੀ ਕੀਤੀ। ਬੜੀ ਸੋਹਣੀ ਥਾਂ ਉੱਤੇ ਬੱਚਿਆਂ ਲਈ ਦੁਖੀ ਰਾਮ ਨੇ ਇੱਕ ਘਰ ਬਣਾਇਆ ਅਤੇ ਉਸਨੇ ਆਪਣੇ ਬੱਚਿਆਂ ਨੂੰ CBS ਪੈਟਰਨ ਦੇ ਇੱਕ ਈਸਾਈ ਸਕੂਲ ਵਿੱਚ ਵਧੀਆ ਪੜ੍ਹਾਈ ਕਰਵਾਈ। ਅੱਜ ਕੱਲ੍ਹ ਬੱਚੇ ਕਮਾਈ ਕਰ ਰਹੇ ਹਨ ਅਤੇ ਵੱਡੇ ਹੋ ਗਏ ਹਨ। ਆਤਮਾ ਰਾਮ ਅਤੇ ਦੁਖੀ ਰਾਮ ਦੀ ਆਪਸ ਵਿੱਚ ਜੋ ਗੱਲਬਾਤ ਹੁੰਦੀ ਰਹਿੰਦੀ ਸੀ, ਅਕਸਰ ਹੀ ਮੈਂ ਸੁਣਦਾ ਰਹਿੰਦਾ ਸੀ। ਉਹ ਆਪਸ ਵਿੱਚ ਇਸ ਤਰ੍ਹਾਂ ਗੱਲਾਂ ਕਰਦੇ ਹੁੰਦੇ ਸੀ। ਇੱਕ ਦਿਨ ਦੁਖੀ ਰਾਮ ਆਤਮਾ ਰਾਮ ਨੂੰ ਦੱਸਦਾ ਸੀ, ਉਸਨੇ ਦੱਸਿਆ ਕਿ ਇੱਕ ਵਾਰ ਮੈਂ 2 ਸਾਲ ਵਿਹਲਾ ਰਿਹਾ ਸੀ। ਮੇਰੇ ਕੋਲ ਕੋਈ ਕੰਮ ਨਹੀਂ ਸੀ, ਪਰ ਘਰ ਦੇ ਖਰਚੇ ਅਤੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਤਾਂ ਹਰ ਮਹੀਨੇ ਹੀ ਹੁੰਦਾ। ਮੈਂ ਮਜਬੂਰ ਹੋ ਕੇ ਘਰ ਦਾ ਸੋਨਾ 4 ਲੱਖ ਵਿੱਚ ਗਹਿਣੇ ਰੱਖ ਦਿੱਤਾ ਅਤੇ ਘਰ ਨੂੰ ਚਲਾਇਆ। ਸੋਚਿਆ ਸੀ ਕੋਈ ਨਾ
ਕੋਈ ਚੰਗਾ ਜਿਹਾ ਕੰਮ ਮਿਲ ਜਾਏਗਾ ਤਾਂ ਜਲਦੀ ਹੀ ਸੋਨਾ ਛੁਡਾ ਲਵਾਂਗੇ। ਪਰ ਮੇਰੀ ਬਦਕਿਸਮਤੀ ਕਿ ਮੈਨੂੰ 2 ਸਾਲ ਤੱਕ ਕੋਈ ਕੰਮ ਹੀ ਨਾ ਮਿਲਿਆ। ਗਹਿਣੇ ਰੱਖੇ ਸੋਨੇ ਦਾ ਵਿਆਜ ਵੀ 52,600 ਬਣ ਗਿਆ ਸੀ। ਗਹਿਣੇ ਉੱਤੇ ਪੈਸੇ ਦੇਣ ਵਾਲੇ ਅਕਸਰ ਇਸ ਤਰ੍ਹਾਂ ਹੀ ਕਰਦੇ ਹਨ। ਬੰਦੇ ਦੀਆਂ ਮਜਬੂਰੀਆਂ ਵਿੱਚੋਂ ਹੀ ਉਹਨਾਂ ਨੂੰ ਕਮਾਈ ਹੁੰਦੀ ਹੈ। ਮੇਰੇ ਕੋਲ 2 ਘਰ ਸਨ। 2 ਸਾਲ ਬਾਅਦ ਗਹਿਣੇ ਰੱਖੇ ਸੋਨੇ ਦਾ ਵਿਆਜ ਸੱਪ ਵਾਂਗ ਵੱਧ ਗਿਆ ਸੀ। ਮੈਂ ਆਪਣੇ ਪਿੰਡ ਵਾਲਾ ਘਰ 5,30,000 ਵਿੱਚ ਵੇਚ ਕੇ ਸੋਨਾ ਛੁਡਵਾਇਆ ਅਤੇ ਹੋਰ ਕਰਜ਼ਾ ਉਤਾਰਿਆ। ਫੇਰ ਘਰ ਤੋਂ ਦੂਰ ਮੈਨੂੰ ਇੱਕ ਨੌਕਰੀ ਮਿਲ ਗਈ, ਜਿਸ ਦੀ ਤਨਖਾਹ ਕੋਈ ਜ਼ਿਆਦਾ ਨਹੀਂ ਸੀ। ਬਸ ਘਰ ਦਾ ਖਰਚ ਹੀ ਮੁਸ਼ਕਲ ਨਾਲ ਚੱਲਦਾ ਸੀ। ਕਦੀ ਕਦੀ ਕੁਝ ਚੰਗਾ ਖਾਣ ਨੂੰ ਮੇਰਾ ਦਿਲ ਕਰਦਾ ਸੀ, ਪਰ ਮੈਂ ਖਾ ਨਹੀਂ ਸਕਦਾ ਸੀ ਕਿਉਂਕਿ ਮੈਂ ਘਰ ਦੇ ਖਰਚੇ ਵਾਸਤੇ ਪੈਸੇ ਜੋੜਨੇ ਹੁੰਦੇ ਸੀ। ਦੁਖੀ ਰਾਮ ਫੇਰ ਕਹਿੰਦਾ, ਹਰ ਬੰਦੇ ਦੇ ਦੁੱਖ ਅਤੇ ਪਰੇਸ਼ਾਨੀ ਦਾ ਕਾਰਨ ਕੋਈ ਨਾ ਕੋਈ ਜ਼ਰੂਰ ਹੁੰਦਾ ਹੈ। ਮੇਰੀ ਪਰੇਸ਼ਾਨੀ ਅਤੇ ਮੇਰੇ ਦੁੱਖ ਦਾ ਕਾਰਨ ਮੇਰੀ ਪਤਨੀ ਹੀ ਹੈ। ਮੇਰੀ ਪਤਨੀ ਸੋਚਦੀ ਹੈ ਕਿ ਮੇਰੇ ਕੋਲ ਬਹੁਤ ਪੈਸੇ ਹਨ, ਇਸ ਲਈ ਉਹ ਮੇਰੇ ਕੋਲੋਂ ਬਹੁਤ ਪੈਸਿਆਂ ਦੀ ਉਮੀਦ ਰੱਖਦੀ ਹੈ। ਉਹ ਮੈਨੂੰ ਦਿਮਾਗੀ ਤੌਰ ਉੱਤੇ ਪਰੇਸ਼ਾਨ ਕਰਦੀ ਰਹਿੰਦੀ ਹੈ। ਉਹ ਸਮਝਦੀ ਹੈ ਕਿ ਮੈਂ ਬਾਹਰ ਰਹਿ ਕੇ ਅਯਾਸ਼ੀ ਕਰਦਾ ਹਾਂ, ਪਰ ਘਰ ਤੋਂ ਦੂਰ ਰਹਿਣਾ ਅਯਾਸ਼ੀ ਕਰਨਾ ਨਹੀਂ ਹੁੰਦਾ ਭਾਜੀ। ਜਦੋਂ ਬੰਦਾ ਬੱਚਿਆਂ ਤੋਂ ਦੂਰ ਰਹਿ ਕੇ ਦੁਖੀ ਹੁੰਦਾ ਹੈ ਤਾਂ ਉਸ ਨੂੰ ਚਿੰਤਾ ਅਤੇ ਦੁੱਖ ਬਹੁਤ ਸਤਾਉਂਦਾ। ਮੇਰਾ ਵੀ ਮਨ ਕਰਦਾ ਹੈ ਕਿ ਮੈਂ ਆਪਣੇ ਬੱਚਿਆਂ ਨਾਲ ਰਹਾਂ, ਚੰਗੇ ਮਾੜੇ ਕੰਮ ਦੀ ਆਪਣੇ ਬੱਚਿਆਂ ਨੂੰ ਸਿੱਖਿਆ ਦੇਵਾਂ, ਬੱਚਿਆਂ ਨਾਲ ਖੁਸ਼ੀਆਂ ਦੇ 2 ਪਲ ਸਾਂਝੇ ਕਰਾਂ। ਪਰ ਮੇਰੀ ਪਤਨੀ ਮੈਨੂੰ ਵਿਭਚਾਰੀ ਅਤੇ ਗਿਰਿਆ ਹੋਇਆ ਜਾਣਦੀ ਹੈ। ਮੈਂ ਜ਼ਿੰਦਗੀ ਦੇ ਔਖੇ ਸਮੇਂ ਵਿੱਚ ਵੀ ਪਰਿਵਾਰ ਦੇ ਨਾਲ ਜੁੜਿਆ ਹੋਇਆ ਹਾਂ ਅਤੇ ਆਪਣੇ ਘਰ ਨੂੰ ਚਲਾ ਰਿਹਾ ਹਾਂ, ਪਰ ਉਸ ਨੂੰ ਮੇਰਾ ਦੁੱਖ ਦਿਖਾਈ ਨਹੀਂ ਦਿੰਦਾ। ਉਸਨੇ ਮੇਰੀ ਜਾਣ ਪਹਿਚਾਣ ਵਾਲਿਆਂ ਵਿੱਚ ਮੈਨੂੰ ਬਹੁਤ ਬਦਨਾਮ ਕੀਤਾ ਹੋਇਆ ਹੈ ਅਤੇ ਹੁਣ ਦੁਨੀਆ ਅਤੇ ਸਮਾਜ ਵਿੱਚ ਮੇਰੀ ਕੋਈ ਇੱਜ਼ਤ ਨਹੀਂ ਆ। ਬਹੁਤ ਸਾਲ ਹੋ ਗਏ ਹਨ ਆਤਮਾ ਰਾਮਾ, ਮੈਂ ਕਦੀ ਹੱਸ ਕੇ ਨਹੀਂ ਦੇਖਿਆ। ਦੁਖੀ ਰਾਮ ਨੇ ਫਿਰ ਆਪਣੀ ਗੱਲ ਚਾਲੂ ਰੱਖੀ। ਕਹਿੰਦਾ, ਮੇਰੀ ਪਤਨੀ ਮੇਰੇ ਪਰਿਵਾਰ ਨੂੰ ਚੰਗਾ ਨਹੀਂ ਸਮਝਦੀ ਅਤੇ ਆਪਣੇ ਪੇਕੇ ਪਰਿਵਾਰ ਨਾਲ ਮੋਹ ਰੱਖ ਕੇ ਉਹਨਾਂ ਦੇ ਨਾਲ ਹੀ ਵਰਤ ਵਰਤਾਓ ਕਰਦੀ ਹੈ ਅਤੇ ਉਹਨਾਂ ਕੋਲ ਮੇਰੀ ਬਦਨਾਮੀ ਵੀ ਬਹੁਤ ਕਰਦੀ ਹੈ। ਮੈਂ ਉਸ ਦੇ ਰਿਸ਼ਤਿਆਂ ਵਿੱਚ ਹਰ ਥਾਂ 'ਤੇ ਹਰ ਤਰੀਕੇ ਨਾਲ ਨਿਭਦਾ ਹਾਂ ਅਤੇ ਉਸ ਦੇ ਵੱਡਿਆਂ ਦਾ ਸਨਮਾਨ ਵੀ ਕਰਦਾ। ਮੈਂ ਆਪਣੇ ਬੱਚਿਆਂ ਤੋਂ ਦੂਰ ਰਹਿ ਕੇ ਉਹਨਾਂ ਨੂੰ ਬਾਪ ਦਾ ਪਿਆਰ ਤਾਂ ਨਹੀਂ ਦੇ ਸਕਿਆ, ਇਹ ਮੇਰੀ ਬਦਕਿਸਮਤੀ ਹੈ। ਪਰ ਮਾਂ ਹਰ ਵੇਲੇ ਉਹਨਾਂ ਦੇ ਕੋਲ ਰਹਿੰਦੀ ਹੈ, ਇਸ ਲਈ ਬੱਚਿਆਂ ਦਾ ਮਾਂ ਨਾਲ ਜ਼ਿਆਦਾ ਲਗਾਓ ਹੈ। ਮੇਰੀ ਪਤਨੀ ਬੱਚਿਆਂ ਉੱਤੇ ਆਪਣਾ ਹੱਕ ਸਮਝ ਕੇ ਉਹਨਾਂ ਕੋਲ ਮੇਰੇ ਬਾਰੇ ਊਲ ਜਲੂਲ ਬੋਲਦੀ ਹੈ ਅਤੇ ਮੈਨੂੰ ਬੁਰਾ ਸਾਬਤ ਕਰਨ ਦਾ ਕੋਈ ਵੀ ਮੌਕਾ ਨਹੀਂ ਛੱਡਦੀ। ਦੁਖੀ ਰਾਮ ਨੇ ਗੱਲ ਜਾਰੀ ਕਰਦਿਆਂ ਹੋਇਆਂ ਕਿਹਾ ਕਿ ਹੁਣ ਮੈਂ ਜ਼ਿੰਦਗੀ ਦੇ ਹਰ ਪਾਸੇ ਤੋਂ ਤੰਗ ਆ ਗਿਆ ਹਾਂ। ਹਰ ਪਾਸੇ ਤੋਂ ਮੇਰੀ ਪਤਨੀ ਮੇਰਾ ਮਾਸ ਖਾਂਦੀ ਹੈ। ਉਸ ਨੂੰ ਪਤਾ ਹੈ ਕਿ ਮੈਨੂੰ ਕਿੰਨੀਆਂ ਬਿਮਾਰੀਆਂ ਹਨ। ਮੈਂ ਪਰੇਸ਼ਾਨ ਰਹਿਣ ਨਾਲ ਮਰ ਸਕਦਾ ਹਾਂ। ਲਗਾਤਾਰ ਪਰੇਸ਼ਾਨ ਰਹਿਣ ਨਾਲ ਮੇਰੀ ਬਿਮਾਰੀ ਦਾ ਲੈਵਲ ਵੱਧ ਜਾਂਦਾ ਹੈ ਅਤੇ ਮੈਨੂੰ ਬਹੁਤ ਤਕਲੀਫ ਹੁੰਦੀ ਹੈ। ਇਸੇ ਕਰਕੇ ਹੀ ਉਹ ਬੜੀ ਤੇਜ਼ੀ ਨਾਲ ਮੇਰਾ ਪਿੱਛਾ ਕਰ ਰਹੀ ਹੈ ਅਤੇ ਮੈਨੂੰ ਹਰ ਗੱਲ 'ਤੇ ਹਰ ਪਲ ਹਰ ਸਮੇਂ ਪਰੇਸ਼ਾਨ ਕਰਦੀ ਰਹਿੰਦੀ ਹੈ ਤਾਂ ਕਿ ਮੈਂ ਜਲਦੀ ਹੀ ਮਰ ਜਾਵਾਂ
ਅਤੇ ਮੇਰੇ ਮਰ ਜਾਣ ਦਾ ਦੋਸ਼ ਉਸ ਦੇ ਸਿਰ ਨਾ ਆਵੇ, ਬਿਮਾਰੀ ਦੇ ਸਿਰ ਹੀ ਲੱਗ ਜਾਵੇ। ਉਹ ਮੇਰੀ ਮੌਤ ਦਾ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਹੈ, ਤਾਂ ਕਿ ਮੇਰੇ ਮਰਨ ਤੋਂ ਬਾਅਦ ਉਹ ਸਾਰੇ ਕੁਝ ਦੀ ਜਲਦੀ ਹੀ ਮਾਲਕ ਬਣ ਜਾਏ। ਵਿਆਹ ਤੋਂ 2 ਮਹੀਨੇ ਬਾਅਦ ਹੀ ਉਹ ਮੈਨੂੰ ਪਰੇਸ਼ਾਨ ਕਰਨ ਲੱਗ ਗਈ ਸੀ ਅਤੇ ਅੱਜ ਤੱਕ ਪਰੇਸ਼ਾਨ ਹੀ ਕਰ ਰਹੀ ਹੈ। ਪਰ ਮੈਂ ਅੱਜ ਵੀ ਉਸ ਦੇ ਮਾਂ-ਬਾਪ ਕੋਲ ਉਸ ਦੀ ਸ਼ਿਕਾਇਤ ਨਹੀਂ ਕੀਤੀ। ਅੱਜ ਤੱਕ ਮੈਂ ਉਸ ਦੇ ਮਾਂ-ਬਾਪ ਕੋਲ ਉਸ ਦੀ ਕਦੇ ਵੀ ਸ਼ਿਕਾਇਤ ਨਹੀਂ ਕੀਤੀ। ਦੁਖੀ ਰਾਮ ਨੇ ਗੱਲ ਜਾਰੀ ਰੱਖਦਿਆਂ ਆਖਿਆ ਕਿ ਹੁਣ ਮੈਂ ਜ਼ਿੰਦਗੀ ਤੋਂ ਤੰਗ ਆ ਗਿਆ ਅਤੇ ਹੁਣ ਮੇਰਾ ਜਿਉਂਦੇ ਰਹਿਣ ਦਾ ਦਿਲ ਨਹੀਂ ਕਰਦਾ। ਪਰ ਇਸ ਦੁਨੀਆ ਵਿੱਚ ਬੱਚਿਆਂ ਨੂੰ ਇਕੱਲੇ ਛੱਡ ਕੇ ਜਾਣ ਨੂੰ ਵੀ ਮੇਰਾ ਦਿਲ ਨਹੀਂ ਕਰਦਾ। ਕੀ ਕਰਾਂ, ਦੁੱਖਾਂ ਤੋਂ ਮਜਬੂਰ ਹਾਂ। ਮੈਂ ਹੁਣ ਬਹੁਤ ਜਲਦੀ ਹੀ ਆਤਮ ਹੱਤਿਆ ਕਰ ਲੈਣੀ ਹੈ। ਆਪਣੀ ਜ਼ਿੰਦਗੀ ਦਾ ਅੰਤ ਆਪ ਕਰ ਲਵਾਂਗਾ। ਆਤਮਾ ਰਾਮ ਨੇ ਦੁਖੀ ਰਾਮ ਨੂੰ ਆਖਿਆ, ਨਹੀਂ ਨਹੀਂ ਦੋਸਤ, ਐਸਾ ਨਹੀਂ ਕਰਨਾ। ਗੁਰੂ ਦਾ ਫਰਮਾਨ ਹੈ, ਆਤਮ ਘਾਤੀ ਹੈ ਜਗਤ ਕਸਾਈ। ਆਤਮ ਹੱਤਿਆ ਕਰਨ ਵਾਲਾ ਵੱਡਾ ਕਸਾਈ ਹੁੰਦਾ ਹੈ ਅਤੇ ਜਹਾਨ ਦਾ ਕਾਤਲ ਹੁੰਦਾ। ਸਮਝੋ ਉਹ ਰੱਬ ਦੀ ਬਣਾਈ ਦੁਨੀਆ ਦਾ ਕਤਲ ਕਰ ਰਿਹਾ ਹੁੰਦਾ। ਤੂੰ ਇਸ ਤਰ੍ਹਾਂ ਨਾ ਕਰੀ, ਇਹ ਚੰਗੀ ਗੱਲ ਨਹੀਂ ਹੈ। ਦੁੱਖ ਸੁੱਖ ਤਾਂ ਆਉਂਦੇ ਜਾਂਦੇ ਹੀ ਰਹਿੰਦੇ ਆ, ਇਹਨਾਂ ਤੋਂ ਘਬਰਾ ਕੇ ਮਰ ਥੋੜ੍ਹਾ ਜਾਈਦਾ। ਨਾਲੇ ਤੈਨੂੰ ਪਤਾ ਹੈ ਨਾ, ਸਾਡੇ ਮਾਂ ਬਾਪ ਨੇ ਦੱਸਿਆ ਸੀ ਕਿ ਜਦੋਂ ਅਸੀਂ ਛੋਟੇ ਹੁੰਦੇ ਸੀ ਤਾਂ ਸੰਤ ਸ਼੍ਰੀ ਰਾਮ ਗੋਪਾਲ ਜੀ ਨੇ ਇੱਕ ਬਚਨ ਕੀਤਾ ਸੀ ਕਿ ਦੇਖਣ ਵਿੱਚ ਇਹਨਾਂ ਦੋਵਾਂ ਬੱਚਿਆਂ ਦੀ ਬਿਰਤੀ ਭਾਵੇਂ ਅਲੱਗ-ਅਲੱਗ ਹੈ, ਪਰ ਇਹ ਇੱਕ ਹੀ ਚੀਜ਼ ਹੈ। ਬਸ ਇਉਂ ਸਮਝੋ, ਇਹ ਸਰੀਰ ਭਾਵੇਂ 2 ਹਨ ਪਰ ਜਾਨ ਇੱਕੋ ਹੀ ਹੈ। ਇਹਨਾਂ ਦੀ ਮੌਤ ਇਕੱਠਿਆਂ ਦੀ ਹੀ ਹੋਵੇਗੀ। ਇਹ ਇੱਕੋ ਸਮੇਂ ਅਤੇ ਇੱਕੋ ਥਾਂ ਉੱਤੇ ਮਰਨਗੇ। ਆਤਮਾ ਰਾਮ ਨੇ ਸਮਝਾਇਆ, ਮੇਰੇ ਦੋਸਤ, ਤੂੰ ਹਾਲੀ ਨਾ ਮਰ, ਨਹੀਂ ਤਾਂ ਮੈਂ ਵੀ ਤੇਰੇ ਨਾਲ ਹੀ ਮਰ ਜਾਣਾ। ਮੈਂ ਅਜੇ ਤੱਕ ਆਪਣੇ ਬੱਚਿਆਂ ਦੇ ਵਿਆਹ ਕਰਨੇ ਆ। ਅਜੇ ਤੱਕ ਮੈਂ ਉਹਨਾਂ ਦੇ ਵਿਆਹ ਵਾਸਤੇ 4 ਪੈਸੇ ਵੀ ਨਹੀਂ ਜੋੜ ਸਕਿਆ। ਪਿਛਲੇ 15 ਸਾਲਾਂ ਤੋਂ ਮੈਂ ਆਪਣੇ ਬੱਚਿਆਂ ਤੋਂ ਦੂਰ ਰਹਿ ਰਿਹਾ ਹਾਂ। ਹਾਲੀ ਤੱਕ ਮੈਂ ਉਹਨਾਂ ਨੂੰ ਰੱਜ ਕੇ ਪਿਆਰ ਵੀ ਨਹੀਂ ਕੀਤਾ। ਹਾਲੀ ਤੱਕ ਤਾਂ ਮੈਂ ਉਹਨਾਂ ਦੇ ਚੰਗੀ ਤਰ੍ਹਾਂ ਮੂੰਹ ਵੀ ਨਹੀਂ ਦੇਖੇ। ਮੈਂ ਬਦਕਿਸਮਤ ਨੇ ਤਾਂ ਆਪਣੇ ਬੱਚਿਆਂ ਨੂੰ ਵੱਡੇ ਹੁੰਦਿਆਂ ਵੀ ਨਹੀਂ ਦੇਖਿਆ, ਸਿਰਫ ਫੋਟੋਆਂ ਵਿੱਚ ਹੀ ਵੱਡੇ ਹੁੰਦੇ ਦੇਖੇ ਆ। ਤੂੰ ਮੇਰੇ ਵਾਸਤੇ ਥੋੜ੍ਹਾ ਦੁੱਖ ਹੋਰ ਝੱਲ ਲੈ। ਦੁਖੀ ਰਾਮ ਕਹਿੰਦਾ, ਬੱਚੇ ਤਾਂ ਸਭ ਨੂੰ ਪਿਆਰੇ ਹੁੰਦੇ ਆ। ਮੈਂ ਵੀ ਤਾਂ ਬੱਚਿਆਂ ਨੂੰ ਛੱਡ ਕੇ ਜਾ ਰਿਹਾ ਨਾ। ਮੈਂ ਇਹਨਾਂ ਪਿੱਛੇ ਦੁੱਖ ਝੱਲ ਕੇ ਕੀ ਖੱਟਿਆ ਜੋ ਤੈਨੂੰ ਮਿਲ ਜਾਏਗਾ। ਸਭ ਕੁਝ ਪੂਰਾ ਕਰਕੇ ਤਾਂ ਬੰਦਾ ਕਦੇ ਵੀ ਨਹੀਂ ਮਰਦਾ। ਕੁਝ ਨਾ ਕੁਝ ਤਾਂ ਅਧੂਰਾ ਰਹਿ ਹੀ ਜਾਂਦਾ ਹੈ। ਬਾਪ ਜਿਉਂਦਾ ਹੋਵੇ ਤਾਂ ਬੱਚਿਆਂ ਨੂੰ ਮਾਂ ਦਾ ਪਿਆਰ ਚੰਗਾ ਲੱਗਦਾ ਹੈ, ਪਰ ਬਾਪ ਦੇ ਮਰ ਜਾਣ ਤੋਂ ਬਾਅਦ ਹੀ ਬਾਪ ਦੇ ਪਿਆਰ ਦੀ ਕਦਰ ਹੁੰਦੀ ਹੈ। ਅਤੇ ਫਿਰ ਉਹ ਬੱਚੇ ਬਾਪ ਨੂੰ ਯਾਦ ਕਰਕੇ ਅੱਗੋਂ ਆਪਣੇ ਬੱਚਿਆਂ ਨੂੰ ਆਪਣੇ ਪਿਓ ਦੀਆਂ ਬਾਤਾਂ ਪਾ ਕੇ ਦੱਸਦੇ ਹਨ। ਮੈਂ ਪਰਿਵਾਰ ਲਈ ਬਹੁਤ ਕੁਛ ਕੀਤਾ। ਜੇ ਮੇਰਾ ਇਹ ਹਾਲ ਹੈ, ਜਿਸ ਨੇ ਪਰਿਵਾਰ ਵਾਸਤੇ ਬਹੁਤ ਕੁਛ ਕੀਤਾ ਹੈ, ਜੇ ਮੇਰਾ ਇਹ ਹਾਲ ਹੈ, ਤੂੰ ਤਾਂ ਠਣ ਗੋਪਾਲ ਤੋਂ ਬਿਨਾਂ ਕੁਝ ਕੀਤਾ ਹੀ ਨਹੀਂ ਹੈ। ਤੇਰੀ ਤਾਂ ਮਰਨ ਤੋਂ ਬਾਅਦ ਕੁੱਤੇ ਜਿੰਨੀ ਵੀ ਕਦਰ ਨਹੀਂ ਹੋਣੀ। ਆਤਮਾ ਰਾਮ ਨੇ ਆਖਿਆ, ਨਹੀਂ ਯਾਰ, ਐ ਤਾਂ ਨਾ ਆਖ। ਮੇਰੇ ਬੱਚੇ ਬਹੁਤ ਚੰਗੇ ਆ। ਉਹ ਤਾਂ ਮੇਰੀ ਕਦਰ ਬਹੁਤ ਹੀ ਕਰਦੇ ਹਨ। ਭਾਵੇਂ ਉਹ ਵਿਆਹੁਣ ਯੋਗ ਹੋ ਗਏ ਹਨ, ਪਰ ਅੱਜ ਵੀ ਜ਼ਿਆਦਾਤਰ ਕੱਪੜੇ ਮੇਰੀ ਪਸੰਦ ਦੇ ਹੀ ਪਾਉਂਦੇ ਹਨ। ਚਲੋ ਮੰਨ ਵੀ ਲਓ, ਦੁਨੀਆ ਭਾਵੇਂ ਮੇਰੀ ਕਦਰ ਨਾ ਕਰੇ, ਪਰ ਮੇਰੇ ਨੇਕ ਚਾਲ ਚੱਲਣ ਨੂੰ ਦੇਖ ਕੇ ਵਾਹਿਗੁਰੂ ਤਾਂ ਆਪਣੀ ਗੋਦ ਵਿੱਚ ਮੈਨੂੰ ਪਿਆਰ ਦੇਵੇਗਾ ਨਾ। ਦੁਖੀ ਰਾਮ ਨੇ ਆਖਿਆ,
ਜੇ ਤੂੰ ਇੰਨਾ ਹੀ ਚੰਗਾ ਹੈ ਤਾਂ ਫਿਰ ਮਰਨ ਤੋਂ ਡਰਦਾ ਕਿਉਂ ਹੈ? ਦੁਨੀਆ ਨੇ ਤਾਂ ਕਦੇ ਕਿਸੇ ਨੂੰ ਇਨਾਮ ਨਹੀਂ ਦਿੱਤਾ ਜੋ ਤੈਨੂੰ ਦੇਵੇਗੀ। ਤੂੰ ਤਾਂ ਇੱਥੇ ਵੀ ਸੁਖੀ ਤੇ ਉੱਥੇ ਵੀ ਸੁਖੀ। ਤੂੰ ਤਾਂ ਜਾ ਕੇ ਰੱਬ ਦੀ ਗੋਦ ਵਿੱਚ ਹੀ ਬੈਠ ਜਾਣਾ ਹੈ ਨਾ। ਪਰ ਮੈਂ ਤਾਂ ਇੱਥੇ ਵੀ ਦੁਖੀ ਹਾਂ ਤੇ ਅੱਗੋਂ ਵੀ ਦੁਖੀ ਰਹਿਣਾ ਅਤੇ ਮਰ ਕੇ ਵੀ ਨਰਕਾਂ ਵਿੱਚ ਹੀ ਦੁੱਖ ਭੋਗਣਾ। ਫਿਰ ਮੈਂ ਜਿਉਂਦੇ ਰਹਿ ਕੇ ਕੀ ਕਰਨਾ? ਮੈਂ ਬਹੁਤ ਜਲਦੀ ਮਰ ਜਾਣਾ, ਤੈਨੂੰ ਮੇਰੇ ਨਾਲ ਹੀ ਜਾਣਾ ਪਵੇਗਾ। ਦੁਖੀ ਰਾਮ ਨੇ ਫੇਰ ਆਖਿਆ, ਦੋਸਤ, ਦੁਨੀਆ ਗਿਰਗਿਟ ਵਾਂਗੂ ਰੰਗ ਬਦਲਦੀ ਹੈ। ਚਲੋ ਕੁਝ ਦਿਨ ਹੋਰ ਦੇਖ ਲੈਂਦੇ ਆ ਤੇਰੇ ਪਿਆਰੇ ਪਰਿਵਾਰ ਦੇ ਰੰਗ। ਰਿਸ਼ਤਿਆਂ ਨੂੰ ਬਦਲਦਿਆਂ ਦੇਰ ਨਹੀਂ ਲੱਗਦੀ। ਜੋ ਤੂੰ ਗੱਲਾਂ ਕਰਦਾ ਹੈ ਨਾ, ਮੇਰੇ ਤਜਰਬੇ ਦੇ ਅਨੁਸਾਰ ਇੱਕ ਦਿਨ ਇਹ ਝੂਠੀਆਂ ਨਿਕਲਣੀਆਂ ਅਤੇ ਬਹੁਤ ਹੀ ਜਲਦੀ ਝੂਠੀਆਂ ਨਿਕਲਣ ਵਾਲੀਆਂ ਹਨ। ਮੇਰੇ ਅਤੇ ਤੇਰੇ ਵਿਚਾਰ ਬਹੁਤ ਹੀ ਜਲਦੀ ਇੱਕ ਹੋਣ ਵਾਲੇ ਹਨ। ਮੇਰੇ ਤੇ ਤੇਰੇ ਵਿਚਾਰ ਬਹੁਤ ਹੀ ਜਲਦੀ ਇੱਕ ਹੋਣ ਵਾਲੇ ਹਨ। ਮੇਰਾ ਵਿਚਾਰ ਹੈ ਕਿ ਇੱਕ ਦਿਨ ਆਪਾਂ ਇਕੱਠੇ ਹੋ ਜਾਵਾਂਗੇ ਅਤੇ ਇਕੱਠੇ ਹੀ ਮਰ ਜਾਵਾਂਗੇ। ਇਸ ਤਰ੍ਹਾਂ ਸੰਤ ਸ੍ਰੀ ਗੋਪਾਲ ਜੀ ਦਾ ਬਚਨ ਵੀ ਸੱਤ ਹੋ ਜਾਵੇਗਾ। ਮੰਗੀ ਰਾਮ ਨੇ ਆਖਿਆ, ਭਾਜੀ, ਇਸ ਤਰ੍ਹਾਂ ਅਕਸਰ ਹੀ ਦੁਖੀ ਰਾਮ ਅਤੇ ਆਤਮਾ ਰਾਮ ਦੀਆਂ ਗੱਲਾਂ ਬਾਤਾਂ ਹੁੰਦੀਆਂ ਹੀ ਰਹਿੰਦੀਆਂ ਸਨ। ਉਹ ਅਕਸਰ ਹੀ ਨੋਕ ਝੋਕ ਕਰਦੇ ਹੀ ਰਹਿੰਦੇ ਸਨ ਅਤੇ ਮੈਂ ਚੁੱਪ ਕਰਕੇ ਉਹਨਾਂ ਦੇ ਕੋਲੇ ਬੈਠਾ ਸੁਣਦਾ ਰਹਿੰਦਾ ਸੀ। ਅਕਸਰ ਆਤਮਾ ਰਾਮ ਦੀ ਜ਼ਿੰਦਗੀ ਵਿੱਚ ਵੀ ਇੱਕ ਦਿਨ ਉਹ ਦਿਨ ਆ ਗਿਆ ਜਦੋਂ ਆਤਮਾ ਰਾਮ ਦੇ ਫੁਰਨੇ ਦੁਖੀ ਰਾਮ ਦੇ ਵਿਚਾਰਾਂ ਦੇ ਨਾਲ ਸਹਿਮਤ ਹੋਣ ਲੱਗੇ। ਆਤਮਾ ਰਾਮ ਨੂੰ ਉਸ ਦਾ ਪਰਿਵਾਰ ਰੱਬ ਵਾਂਗ ਪੂਜਦਾ ਸੀ, ਪਰ ਅਚਾਨਕ ਹੀ ਇੱਕਦਮ ਉਸ ਦੇ ਪਰਿਵਾਰ ਦੇ ਵਿੱਚ ਤਬਦੀਲੀ ਜੀ ਆ ਗਈ ਸੀ। ਆਤਮਾ ਰਾਮ ਦਾ ਕੰਮ ਕੀ ਛੁੱਟਿਆ ਸੀ ਕਿ ਉਸ ਦੇ ਸਾਰੇ ਪਰਿਵਾਰ ਨੇ ਇੱਕਦਮ ਮੂੰਹ ਫੇਰ ਲਿਆ। ਉਸ ਦੀ ਨੌਕਰੀ ਛੁੱਟ ਗਈ ਸੀ। ਉਹ 4 ਮਹੀਨੇ ਵਿਹਲਾ ਰਿਹਾ ਸੀ ਅਤੇ ਉਸਨੇ ਇੱਧਰ ਉੱਧਰ ਜਾਣ ਵਾਸਤੇ 1-2 ਵਾਰ ਬੱਚਿਆਂ ਕੋਲੋਂ ਪੈਸੇ ਵੀ ਮੰਗੇ ਸਨ। ਹੁਣ ਆਤਮਾ ਰਾਮ ਦੀ ਕਮਾਈ ਬੰਦ ਹੋਣ ਕਰਕੇ ਉਸ ਵੱਲੋਂ ਘਰ ਵਿੱਚ ਇੱਕ ਵੀ ਪੈਸਾ ਨਹੀਂ ਆਉਂਦਾ ਸੀ। ਉਸ ਦੇ ਬੱਚੇ ਨੌਕਰੀਆਂ ਉੱਤੇ ਲੱਗ ਗਏ ਸਨ ਅਤੇ ਚੰਗੀਆਂ ਤਨਖਾਹਾਂ ਪਾਉਂਦੇ ਸਨ, ਪਰ ਬੱਚੇ ਤਾਂ ਬਹੁਤ ਪਹਿਲਾਂ ਵੀ ਕਮਾਉਂਦੇ ਸਨ, ਫਿਰ ਵੀ ਘਰ ਦਾ ਖਰਚ ਆਤਮਾ ਰਾਮ ਹੀ ਚਲਾਉਂਦਾ ਸੀ। ਹੁਣ ਆਤਮਾ ਰਾਮ ਦੀ ਕਮਾਈ ਬੰਦ ਹੋਣ ਕਰਕੇ ਉਸ ਦੇ ਬੱਚੇ ਘਰ ਦਾ ਖਰਚ ਆਪਣੀ ਮਾਂ ਦੇ ਹੱਥ ਉੱਤੇ ਰੱਖਣ ਲੱਗ ਗਏ ਸਨ। ਆਤਮਾ ਰਾਮ ਦੀ ਪਤਨੀ ਨੂੰ ਤਾਂ ਪੈਸੇ ਚਾਹੀਦੇ ਸੀ। ਉਸ ਨੂੰ ਕੋਈ ਫਰਕ ਨਹੀਂ ਪੈਂਦਾ ਸੀ ਕਿ ਪੈਸੇ ਕੌਣ ਦੇ ਰਿਹਾ। ਹੁਣ ਉਸ ਨੂੰ ਬੱਚੇ ਪੈਸੇ ਦੇਣ ਲੱਗ ਗਏ ਸੀ, ਉਹ ਖੁਸ਼ ਸੀ। ਘਰ ਦੇ ਸਾਰੇ ਜੀਆਂ ਵਾਸਤੇ ਹੁਣ ਆਤਮਾ ਰਾਮ ਨਿਕਾਰਾ ਜਿਹਾ ਅਤੇ ਨਿਕੰਮਾ ਜਿਹਾ ਹੋ ਗਿਆ ਸੀ। ਰੱਬ ਵਾਂਗ ਪੂਜੇ ਜਾਣ ਵਾਲੇ ਆਤਮਾ ਰਾਮ ਦੀ ਹੁਣ ਉਸ ਦੇ ਪਰਿਵਾਰ ਵਿੱਚ ਇੱਕਦਮ ਹੀ ਪੁੱਛ ਗਿੱਛ ਘਟ ਗਈ ਸੀ। ਆਤਮਾ ਰਾਮ ਦੀਆਂ ਜੋ ਗਲਤੀਆਂ ਉਹਨਾਂ ਨੂੰ ਪਿਛਲੇ 15 ਸਾਲਾਂ ਤੋਂ ਦਿਖਾਈ ਨਹੀਂ ਦੇ ਰਹੀਆਂ ਸਨ, ਹੁਣ ਉਹ ਦਿਖਾਈ ਦੇਣ ਲੱਗ ਗਈਆਂ ਸਨ। ਪਿਛਲੇ 15 ਸਾਲ ਤੋਂ ਉਸਦੇ ਪਰਿਵਾਰ ਨੇ ਉਸ ਨੂੰ ਗਲਤੀਆਂ ਸਮੇਤ ਹੀ ਕਬੂਲਿਆ ਹੋਇਆ ਸੀ, ਕਿਉਂਕਿ ਉਹ ਪਰਿਵਾਰ ਵਾਸਤੇ ਇੱਕ ਕਮਾਊ ਬੈਲ ਸੀ। ਆਪਣੇ ਪਰਿਵਾਰ ਤੋਂ ਦੂਰ ਰਹਿ ਕੇ ਉਹ ਦਿਨ ਰਾਤ ਕਮਾਈ ਕਰਦਾ ਸੀ, ਪਰ ਅੱਜ ਕੱਲ੍ਹ ਉਸ ਕੋਲ ਕਮਾਈ ਦਾ ਕੋਈ ਸਾਧਨ ਨਹੀਂ ਸੀ ਅਤੇ ਉਸ ਦੇ ਹੱਥ ਵਿੱਚ ਪੈਸਾ ਵੀ ਕੋਈ ਨਹੀਂ ਸੀ। ਇਸ ਕਰਕੇ ਉਹਨਾਂ ਵਾਸਤੇ ਅੱਜ ਆਤਮਾ ਰਾਮ ਵਿਹਲੜ ਜਿਹਾ ਅਤੇ ਵਾਧੂ ਜਿਹਾ ਹੋ ਗਿਆ ਸੀ। ਹੁਣ ਤੱਕ ਆਤਮਾ ਰਾਮ ਦੀ ਪਤਨੀ ਨੇ ਉਸ ਦੀ ਕਮਾਈ ਨਾਲ ਬੱਚਿਆਂ ਨੂੰ ਪਾਲ ਪੋਸ ਕੇ ਵੱਡਾ ਕਰ ਲਿਆ ਸੀ ਅਤੇ ਪੜ੍ਹਾ ਲਿਖਾ ਕੇ ਨੌਕਰੀਆਂ ਉੱਤੇ ਵੀ ਲਾ ਲਿਆ ਸੀ। ਜਿਵੇਂ ਬੁਢੇਪੇ ਵਿੱਚ ਆ ਕੇ ਮਨੁੱਖ ਦੀਆਂ ਪੁਰਾਣੀਆਂ ਸੱਟਾਂ ਜਾਗ ਪੈਂਦੀਆਂ ਹਨ,
ਉਸੇ ਤਰ੍ਹਾਂ ਹੁਣ ਆਤਮਾ ਰਾਮ ਦੇ ਪਰਿਵਾਰ ਦੇ ਦਿਲਾਂ ਅੰਦਰ ਆਪਣੀ ਕਮਾਈ ਦਾ ਸੁੱਖ ਆਉਣ ਨਾਲ ਆਤਮਾ ਰਾਮ ਦੀਆਂ ਗਲਤੀਆਂ ਜਾਗ ਪਈਆਂ ਸਨ। ਹੁਣ ਉਸ ਦੇ ਬੱਚੇ ਵੀ ਇੱਕ ਇੱਕ ਕਰਕੇ ਉਸ ਨੂੰ ਉਸ ਦੀਆਂ ਗਲਤੀਆਂ ਗਣਾਉਂਦੇ ਸਨ। ਉਸ ਦੀ ਪਤਨੀ ਨੇ ਵੀ ਆਤਮਾ ਰਾਮ ਨੂੰ ਕਹਿ ਦਿੱਤਾ ਸੀ ਕਿ ਹੁਣ ਮੇਰੇ ਕੋਲੋਂ ਤੇਰੀ ਸੇਵਾ ਨਹੀਂ ਹੋਣੀ। ਆਤਮਾ ਰਾਮ ਦੇ ਬੱਚਿਆਂ ਨੇ ਉਸ ਨਾਲ ਗੱਲਬਾਤ ਕਰਨਾ ਬੰਦ ਕਰ ਦਿੱਤਾ ਸੀ। ਉਸਨੇ ਕਿੰਨੀ ਵਾਰ ਹੀ ਆਪਣੇ ਬੱਚਿਆਂ ਨੂੰ ਫੋਨ ਲਾਇਆ, ਪਰ ਕਿਸੇ ਨੇ ਵੀ ਉਸ ਦਾ ਫੋਨ ਨਹੀਂ ਚੁੱਕਿਆ ਅਤੇ ਨਾ ਹੀ ਉਹਨਾਂ ਨੇ ਪਰਤ ਕੇ ਆਪਣੇ ਪਿਤਾ ਆਤਮਾ ਰਾਮ ਨੂੰ ਕਾਲ ਬੈਕ ਕੀਤੀ, ਫੋਨ ਲਾਇਆ ਦੁਬਾਰਾ। ਜੋ ਮਨੁੱਖ ਸ਼ੁਰੂ ਤੋਂ ਹੀ ਆਪਣੇ ਪਰਿਵਾਰ ਵਿੱਚ ਬੇਇੱਜ਼ਤ ਜਾਂ ਬੇਪਤ ਹੁੰਦਾ ਰਹੇ, ਸ਼ਾਇਦ ਉਸ ਨੂੰ ਇਹੋ ਜਿਹੇ ਹਾਲਾਤਾਂ ਵਿੱਚ ਜਿਉਣਾ ਆ ਜਾਂਦਾ ਹੈ। ਉਸ ਨੂੰ ਮਾਣ ਅਪਮਾਨ ਦਾ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ। ਪਰ ਜਿਸ ਪਰਿਵਾਰ ਨੇ ਮਨੁੱਖ ਨੂੰ ਬਹੁਤ ਮਾਣ ਅਤੇ ਪਿਆਰ ਦਿੱਤਾ ਹੋਵੇ, ਇੱਥੋਂ ਤੱਕ ਕਿ ਪੈਰਾਂ ਵਿੱਚ ਜੁੱਤੀ ਵੀ ਆਪ ਨਾ ਪਾਉਣ ਦਿੱਤੀ ਹੋਵੇ, ਤਾਂ ਫਿਰ ਇਹੋ ਜਿਹੇ ਹਾਲਾਤਾਂ ਵਿੱਚ ਉਸ ਮਨੁੱਖ ਦੀ ਤਾਂ ਦੁਨੀਆ ਹੀ ਬਦਲ ਜਾਂਦੀ ਹੈ। ਉਹ ਹਰ ਰੋਜ਼ ਜਿੱਲਤ ਦੀ ਮੌਤ ਮਰਨ ਲੱਗ ਜਾਂਦਾ ਹੈ। ਹੁਣ ਇਹ ਸਾਰਾ ਕੁਝ ਆਤਮਾ ਰਾਮ ਨਾਲ ਬੀਤ ਰਿਹਾ ਸੀ, ਜੋ ਉਸ ਕੋਲੋਂ ਬਰਦਾਸ਼ਤ ਨਹੀਂ ਹੋ ਰਿਹਾ ਸੀ। ਉਹ ਵਾਰ-ਵਾਰ ਸੋਚਦਾ ਸੀ ਕਿ ਇਹੋ ਜਿਹੇ ਮਰਨ ਨਾਲੋਂ ਤਾਂ, ਇਹੋ ਜਿਹੇ ਜਿਉਣ ਨਾਲੋਂ ਤਾਂ ਮਰਨਾ ਹੀ ਚੰਗਾ ਹੈ। ਇਹੋ ਜਿਹੇ ਜਿਉਣ ਨਾਲੋਂ ਤਾਂ ਮਰਨਾ ਹੀ ਚੰਗਾ ਹੈ। ਉਸ ਦਾ ਵਾਰ-ਵਾਰ ਮਰ ਜਾਣ ਨੂੰ ਦਿਲ ਕਰਦਾ ਸੀ। ਜਿੱਲਤ ਭਰੀ ਜ਼ਿੰਦਗੀ ਨਾਲੋਂ ਆਤਮਾ ਰਾਮ ਆਪਣੀ ਮੌਤ ਆਪ ਚੁਣਨਾ ਪਸੰਦ ਕਰਦਾ ਸੀ। ਇੱਕ ਦਿਨ ਉਹ ਦੁਖੀ ਹੋ ਕੇ ਆਤਮਾ ਰਾਮ ਕੋਲ ਆ ਗਿਆ ਅਤੇ ਆਖਿਆ, ਆ ਬਈ ਦੋਸਤਾ, ਅੱਜ ਆਪਾਂ ਇਕੱਠੇ ਹੀ ਦੁਨੀਆ ਛੱਡ ਦਈਏ ਅਤੇ ਇਸ ਸੰਸਾਰ ਦੇ ਬੰਧਨਾਂ ਤੋਂ ਮੁਕਤ ਹੋ ਜਾਈਏ। ਨਾਲੇ ਸ੍ਰੀ ਸੰਤ ਜੀ ਦਾ ਬਚਨ ਸੱਤ ਹੋ ਜਾਵੇਗਾ। ਦੁਖੀ ਰਾਮ ਆਪਣੇ ਦੋਸਤ ਦੀ ਦਰਦ ਭਰੀ ਆਵਾਜ਼ ਸੁਣ ਕੇ ਅੱਗੋਂ ਕੁਝ ਨਹੀਂ ਬੋਲਿਆ ਸੀ। ਉਹ ਆਤਮਾ ਰਾਮ ਦੇ ਦਰਦ ਨੂੰ ਸਮਝ ਗਿਆ ਸੀ। ਉਹ ਜਵਾਬ ਦੇ ਵਿੱਚ ਕੋਈ ਤਰਕ ਦੇ ਕੇ ਆਪਣੇ ਦੋਸਤ ਨੂੰ ਹੋਰ ਦੁਖੀ ਨਹੀਂ ਕਰਨਾ ਚਾਹੁੰਦਾ ਸੀ। ਉਸ ਵਾਸਤੇ ਇੰਨਾ ਹੀ ਕਾਫੀ ਸੀ ਕਿ ਉਹ ਦੋਵੇਂ ਦੋਸਤ ਮਰ ਕੇ ਵੀ ਨਹੀਂ ਵਿਛੜਨਗੇ। ਦੁਖੀ ਰਾਮ ਅਤੇ ਆਤਮਾ ਰਾਮ ਨੇ ਪਹਿਲਾਂ ਮੂੰਹ ਹੱਥ ਧੋ ਕੇ ਪਾਠ ਕੀਤਾ ਅਤੇ ਫਿਰ ਦੋਵਾਂ ਨੇ ਬੈਠ ਕੇ ਇੱਕ ਚਿੱਠੀ ਲਿਖੀ। ਮੂੰਹ ਹੱਥ ਧੋ ਕੇ ਦੋਵਾਂ ਨੇ ਪਹਿਲਾਂ ਬੈਠ ਕੇ ਗੁਰਬਾਣੀ ਦਾ ਪਾਠ ਕੀਤਾ, ਫਿਰ ਦੋਵਾਂ ਨੇ ਇੱਕ ਚਿੱਠੀ ਲਿਖੀ ਜੋ ਇਸ ਪ੍ਰਕਾਰ ਸੀ। ਪੜ੍ਹਨ ਅਤੇ ਸੁਣਨ ਵਾਲਿਓ, ਅਸੀਂ ਦੋ ਦੋਸਤ ਸੰਸਾਰ ਚੰਦ ਉਰਫ ਦੁਖੀ ਰਾਮ ਅਤੇ ਈਸ਼ਰ ਸਿੰਘ ਉਰਫ ਆਤਮਾ ਰਾਮ, ਅਸੀਂ ਦੋਨੋਂ ਅੱਜ ਆਪਣੀ ਮਰਜ਼ੀ ਨਾਲ ਆਤਮ ਹੱਤਿਆ ਕਰਨ ਲੱਗੇ ਹਾਂ ਅਤੇ ਅਸੀਂ ਆਪਣੀ ਮਰਜ਼ੀ ਨਾਲ ਹੀ ਆਪਣੀ ਮੌਤ ਨੂੰ ਚੁਣਿਆ ਹੈ। ਇਸ ਵਿੱਚ ਸਾਡੇ ਦੋਹਾਂ ਪਰਿਵਾਰਾਂ ਵਿੱਚੋਂ ਕਿਸੇ ਵੀ ਮੈਂਬਰ ਦੀ ਕੋਈ ਦਖਲਅੰਦਾਜ਼ੀ ਨਹੀਂ। ਉਹਨਾਂ ਵਿੱਚੋਂ ਕਿਸੇ ਨੇ ਵੀ ਸਾਨੂੰ ਮਾਨਸਿਕ ਪਰੇਸ਼ਾਨੀ ਨਹੀਂ ਦਿੱਤੀ। ਉਹ ਸਾਡੀ ਮੌਤ ਦੇ ਜ਼ਿੰਮੇਵਾਰ ਨਹੀਂ ਹਨ ਅਤੇ ਨਾ ਹੀ ਉਹ ਕਿਸੇ ਹੋਰ ਗੱਲ ਦੇ ਜ਼ਿੰਮੇਵਾਰ ਹਨ। ਅਸੀਂ ਆਪਣੀ ਮਰਜ਼ੀ ਨਾਲ ਇਸ ਫਾਨੀ ਦੁਨੀਆ ਨੂੰ ਛੱਡ ਰਹੇ ਹਾਂ। ਇਸ ਵਿੱਚ ਕਿਸੇ ਨੂੰ ਵੀ ਜ਼ਿੰਮੇਵਾਰ ਨਾ ਠਹਿਰਾਇਆ ਜਾਏ। ਅਸੀਂ ਆਪਣੀ ਮੌਤ ਦੇ ਆਪ ਜ਼ਿੰਮੇਵਾਰ ਹਾਂ। ਸਾਡੀ ਇੱਕ ਆਖਰੀ ਬੇਨਤੀ ਹੈ, ਇਸ ਚਿੱਠੀ ਨੂੰ ਸਭ ਤੋਂ ਪਹਿਲਾਂ ਪੜ੍ਹਨ ਵਾਲਾ ਮਨੁੱਖ ਸਾਡੇ ਪਿਛੋਕੜ ਨੂੰ, ਸਾਡੀ ਬੈਕਗਰਾਊਂਡ ਨੂੰ ਭਾਲਣ ਦੀ ਖੇਚਲ ਨਾ ਕਰੇ। ਉਹ ਸਾਡੀਆਂ ਦੇਹਾਂ ਨੂੰ ਸਾੜ ਕੇ
ਕਿਤੇ ਕਿਨਾਰੇ ਲਾ ਦੇਵੇ ਅਤੇ ਸਾਡੇ ਮਰਨ ਦੀ ਖਬਰ ਸਾਡੇ ਪਰਿਵਾਰਾਂ ਤੱਕ ਨਾ ਪਹੁੰਚਾਈ ਜਾਵੇ। ਕਿਰਪਾ ਕਰਕੇ ਸਾਡੀ ਇਸ ਆਖਰੀ ਇੱਛਾ ਨੂੰ ਪੂਰਾ ਕੀਤਾ ਜਾਵੇ। ਇਸ ਚਿੱਠੀ ਦੇ ਅਖੀਰ ਵਿੱਚ ਉਹਨਾਂ ਨੇ ਮੰਗੀ ਰਾਮ ਦਾ ਨਾਮ ਅਤੇ ਉਸ ਦਾ ਮੋਬਾਈਲ ਨੰਬਰ ਲਿਖ ਦਿੱਤਾ ਸੀ ਅਤੇ ਨਾਲ ਇਹ ਵੀ ਲਿਖ ਦਿੱਤਾ ਸੀ ਕਿ ਮੰਗੀ ਰਾਮ ਨੂੰ ਫੋਨ ਕਰਕੇ ਸਾਡੀਆਂ ਲਾਸ਼ਾਂ ਕੋਲ ਬੁਲਾਇਆ ਜਾਵੇ। ਮੰਗੀ ਰਾਮ ਸਾਡੀਆਂ ਲਾਸ਼ਾਂ ਦੀ ਸਾਂਭ ਸੰਭਾਲ ਤਾਂ ਕਰ ਸਕਦਾ ਹੈ, ਪਰ ਸਾਡੀਆਂ ਲਾਸ਼ਾਂ ਨੂੰ ਸਾਡੇ ਦੇਸ਼ ਜਾਂ ਸਾਡੇ ਘਰ ਨਹੀਂ ਲਿਜਾ ਸਕਦਾ। ਇਸ ਚਿੱਠੀ ਦੇ ਅੰਤ ਵਿੱਚ ਉਹਨਾਂ ਨੇ ਮੰਗੀ ਰਾਮ ਨੂੰ ਵੀ ਬੇਨਤੀ ਲਿਖ ਦਿੱਤੀ ਸੀ ਕਿ ਉਹ ਉਹਨਾਂ ਦਾ ਦੋਸਤ ਹੋਣ ਦੇ ਨਾਤੇ ਸਾਡੀ ਮੌਤ ਨੂੰ ਛੁਪਾ ਕੇ ਰੱਖੇ ਅਤੇ ਸਾਡੇ ਸਰੀਰਾਂ ਦਾ ਇੱਥੇ ਹੀ ਨਿਬੇੜਾ ਕਰਕੇ ਉਹ ਖਾਲੀ ਹੱਥ ਦੇਸ਼ ਨੂੰ ਵਾਪਸ ਲੌਟ ਜਾਏ। ਸਾਡੇ ਮਰਨ ਦੀ ਖਬਰ ਸਾਡੇ ਪਰਿਵਾਰਾਂ ਤੱਕ ਨਾ ਪਹੁੰਚਾਈ ਜਾਏ। ਆਪਣੇ ਮਰਨ ਵੇਲੇ ਤੱਕ ਮੰਗੀ ਰਾਮ ਆਪਣੇ ਮਰਨ ਵੇਲੇ ਤੱਕ ਆਪਣੇ ਮੂੰਹ ਨੂੰ ਬੰਦ ਰੱਖੇ। ਥੱਲੇ ਉਹਨਾਂ ਨੇ ਆਪਣੇ ਦਸਤਖਤ ਲਿਖ ਦਿੱਤੇ, ਮਰਨ ਵਾਲੇ ਸੰਸਾਰ ਚੰਦ ਉਰਫ ਦੁਖੀ ਰਾਮ, ਈਸ਼ਰ ਸਿੰਘ ਉਰਫ ਆਤਮਾ ਰਾਮ। ਇਹ ਚਿੱਠੀ ਲਿਖ ਕੇ ਉਹਨਾਂ ਨੇ ਆਪਣੇ ਕੋਲ ਸੰਭਾਲ ਕੇ ਰੱਖ ਲਈ ਅਤੇ ਆਪਣੀ ਜ਼ਰੂਰਤ ਜੋਗਾ ਸਮਾਨ ਉਹਨਾਂ ਨੇ ਆਪਣੇ ਪੱਲੇ ਬੰਨ੍ਹ ਲਿਆ। ਫਿਰ ਉਹ ਦੋਵੇਂ ਜਣੇ ਦੂਰ ਕਿਸੇ ਦੇਸ਼ ਨੂੰ ਚਲੇ ਗਏ। ਉੱਥੇ ਜਾ ਕੇ ਉਹਨਾਂ ਨੇ ਇੱਕ ਜੰਗਲ ਵਿੱਚ ਸੁਨਸਾਨ ਜਗ੍ਹਾ ਲੱਭੀ ਅਤੇ ਆਪਣੀ ਜ਼ਿੰਦਗੀ ਨੂੰ ਅੰਤਿਮ ਵਿਦਾਈਆਂ ਦੇਣ ਦੀ ਤਿਆਰੀ ਕਰਨ ਲੱਗੇ। ਇੱਕ ਦਰਖਤ ਦੇ ਮੋਟੇ ਡਾਹਣੇ ਨੂੰ ਰੱਸਾ ਪਾਉਂਦਿਆਂ ਹੋਇਆਂ ਆਤਮਾ ਰਾਮ ਨੇ ਦੁਖੀ ਰਾਮ ਨੂੰ ਆਖਿਆ, ਓਏ ਬਾਈ ਦੁਖੀ ਰਾਮਾ, ਬਾਬੇ ਨਾਨਕ ਨੇ ਬਾਣੀ ਵਿੱਚ ਆਖਿਆ, ਅਨਕ ਜਤਨ ਕਰ ਕਾਲ ਸੰਤਾਏ, ਮਰਨ ਲਖਾਏ ਮੰਡਲ ਮਹਿ ਆਏ। ਅੱਗੋਂ ਦੁਖੀ ਰਾਮ ਨੇ ਆਖਿਆ, ਬਾਈ ਆਤਮਾ ਰਾਮਾ, ਜੋ ਤੂੰ ਬਾਬੇ ਦੀ ਬਾਣੀ ਆਖੀ ਹੈ ਨਾ, ਇਸ ਵਿੱਚ ਕੋਈ ਚੰਗੀ ਗੱਲ ਹੀ ਆਖੀ ਹੋਣੀ ਹੈ। ਸੁਣ ਕੇ ਮਨ ਨੂੰ ਚੰਗਾ ਜਿਹਾ ਲੱਗਿਆ, ਪਰ ਮੈਨੂੰ ਇਸ ਦੇ ਮਤਲਬ ਦੀ ਸਮਝ ਨਹੀਂ ਪਈ। ਜਰਾ ਅਰਥ ਕਰਕੇ ਤਾਂ ਸੁਣਾ। ਆਤਮਾ ਰਾਮ ਨੇ ਆਖਿਆ, ਬਾਈ ਦੁਖੀ ਰਾਮਾ, ਇਸ ਦਾ ਅਰਥ ਹੈ ਕਿ ਸੰਸਾਰ ਦਾ ਕੋਈ ਵੀ ਜੀਵ ਜਦੋਂ ਜਨਮ ਲੈ ਕੇ ਇਸ ਮਿਰਤ ਮੰਡਲ ਵਿੱਚ ਆਉਂਦਾ ਹੈ ਤਾਂ ਪਰਮਾਤਮਾ ਵੱਲੋਂ ਉਸ ਦਾ ਮਰਨਾ ਪਹਿਲਾਂ ਤੈਅ ਕੀਤਾ ਜਾਂਦਾ ਅਤੇ ਉਸ ਦੇ ਮਰਨ ਦਾ ਤਰੀਕਾ ਵੀ ਈਸ਼ਵਰ ਨੇ ਨਾਲ ਹੀ ਲਿਖ ਦਿੱਤਾ ਹੁੰਦਾ। ਜਦੋਂ ਬੰਦੇ ਦਾ ਅੰਤ ਸਮਾਂ ਆਉਂਦਾ ਹੈ ਤਾਂ ਕਾਲ ਉਸ ਦੇ ਸਰੀਰ ਵਿੱਚੋਂ ਜਾਨ ਕੱਢਣ ਲਈ ਅਨੇਕਾਂ ਯਤਨਾਂ ਅਤੇ ਅਨੇਕਾਂ ਤਰੀਕਿਆਂ ਦਾ ਇਸਤੇਮਾਲ ਕਰਦਾ। ਜਿਵੇਂ ਕੋਈ ਬਿਮਾਰੀ ਨਾਲ ਮਰ ਜਾਂਦਾ, ਕੋਈ ਭੁੱਖ ਨਾਲ ਮਰਦਾ, ਕੋਈ ਕਿਸੇ ਦਾ ਕਤਲ ਹੋ ਜਾਂਦਾ, ਕਿਸੇ ਦਾ ਐਕਸੀਡੈਂਟ ਹੋ ਜਾਂਦਾ, ਕੋਈ ਕਾਰ ਜੀਪ ਜਾਂ ਗੱਡੀ ਥੱਲੇ ਆ ਕੇ ਮਰ ਜਾਂਦਾ ਅਤੇ ਕੋਈ ਆਪਣੇ ਵਾਂਗ ਆਤਮ ਹੱਤਿਆ ਕਰ ਲੈਂਦਾ। ਦੁਖੀ ਰਾਮ ਨੇ ਹੈਰਾਨੀ ਜੀ ਨਾਲ ਆਖਿਆ, ਇਸ ਦਾ ਮਤਲਬ ਹੈ ਕਿ ਸਾਡਾ ਆਤਮ ਹੱਤਿਆ ਕਰਕੇ ਮਰਨਾ ਪਹਿਲਾਂ ਤੋਂ ਹੀ ਤੈਅ ਹੈ। ਬਾਈ, ਤੂੰ ਤਾਂ ਕਹਿੰਦਾ ਸੀ ਕਿ ਆਤਮ ਹੱਤਿਆ ਕਰਨਾ ਪਾਪ ਹੈ, ਭਲਾ ਦੱਸ ਖਾਂ ਫਿਰ ਇਹ ਪਾਪ ਕਿਵੇਂ ਹੋਇਆ? ਆਤਮਾ ਰਾਮ ਨੇ ਆਖਿਆ, ਓਏ ਦੁਖੀ ਰਾਮਾ, ਇਹੀ ਤਾਂ ਮੇਰੇ ਮਾਲਕ ਦੇ ਰੰਗਾਂ ਦਾ ਭੇਦ ਨਹੀਂ ਆਉਂਦਾ। ਇੱਕ ਪਾਸੇ ਤਾਂ ਉਹ ਕਹਿੰਦਾ ਹੈ ਆਤਮ ਘਾਤੀ ਹੈ ਜਗਤ ਕਸਾਈ, ਤੇ ਇੱਕ ਭਾਵ ਕਿ ਆਪਣੇ ਆਪ ਨੂੰ ਮਾਰਨ ਵਾਲਾ ਜਹਾਨ ਦਾ ਜਲਾਦ ਹੈ, ਅਤੇ ਦੂਜੇ ਪਾਸੇ ਮੇਰਾ ਮਾਲਕ ਆਖੀ ਜਾਂਦਾ ਹੈ ਅਨਕ ਯਤਨ ਕਰ ਕਾਲ ਸੰਤਾਈ, ਭਾਵ ਕਿ ਮਨੁੱਖ ਭਾਵੇਂ ਨੇਕਾਂ ਉਪਰਾਲੇ ਕਰ ਲਵੇ ਪਰ ਮੌਤ ਦਾ ਦੁੱਖ ਤਾਂ ਆਉਂਦਾ ਹੀ ਆਉਂਦਾ ਹੈ। ਕਾਲ ਅਨੇਕਾਂ ਯਤਨਾਂ ਨਾਲ ਜੀਵ ਨੂੰ ਮੌਤ ਦਾ ਦੁੱਖ ਦਿੰਦਾ ਹੈ।
ਉਹਦੇ ਰੰਗਾਂ ਨੂੰ ਉਹ ਆਪ ਹੀ ਜਾਣਦਾ ਬਾਈ। ਅਸੀਂ ਤਾਂ ਉਸ ਦੀਆਂ ਕਠਪੁਤਲੀਆਂ ਹਾਂ। ਜਿਵੇਂ ਉਹ ਨਚਾਉਂਦਾ ਉਵੇਂ ਹੀ ਪਏ ਨੱਚੀ ਜਾਂਦੇ ਆ। ਦੁਖੀ ਰਾਮ ਨੇ ਆਖਿਆ, ਬਾਈ ਆਤਮਾ ਰਾਮਾ, ਬਾਬੇ ਦੀ ਬਾਣੀ ਵਿੱਚੋਂ ਬੋਲੇ ਤੇਰੇ ਮਿੱਠੇ ਬੋਲਾਂ ਨੇ ਮੇਰੇ ਕਾਲਜੇ ਨੂੰ ਠੰਡ ਜੀ ਪਾ ਦਿੱਤੀ ਹੈ। ਲੱਗਦਾ ਮੈਨੂੰ ਤਾਂ ਮਰਨ ਤੋਂ ਪਹਿਲਾਂ ਹੀ ਮੁਕਤੀ ਪ੍ਰਾਪਤ ਹੋ ਗਈ ਹੈ। ਹੁਣ ਮੈਨੂੰ ਪਰਿਵਾਰ ਦੀਆਂ ਚਿੰਤਾਵਾਂ ਅਤੇ ਉਹਨਾਂ ਵੱਲੋਂ ਦਿੱਤੀਆਂ ਪਰੇਸ਼ਾਨੀਆਂ ਦਾ ਰੱਤੀ ਭਰ ਵੀ ਦੁੱਖ ਨਹੀਂ ਹੈ। ਪਹਿਲਾਂ ਮੈਨੂੰ ਇਹ ਜਹਾਨ ਮਿੱਠਾ ਲੱਗਦਾ ਸੀ ਅਤੇ ਅਗਲੇ ਜਹਾਨ ਨੂੰ ਮੈਂ ਅਣਡਿੱਠਾ ਜਿਹਾ ਸਮਝ ਕੇ ਛੱਡ ਦਿੰਦਾ ਸੀ। ਪਰ ਬਾਈ ਹੁਣ ਮੈਨੂੰ ਅਗਲਾ ਜਹਾਨ ਮਿੱਠਾ ਲੱਗਣ ਲੱਗ ਪਿਆ ਅਤੇ ਇਸ ਜਹਾਨ ਦੀ ਕੁੜੱਤਣ ਮੇਰੇ ਮਨ ਨੂੰ ਚੰਗੀ ਨਹੀਂ ਲੱਗਦੀ। ਇਸ ਤਰ੍ਹਾਂ ਦੀਆਂ ਗਿਆਨ ਵਾਲੀਆਂ ਗੱਲਾਂ ਕਰਨ ਨਾਲ ਉਹਨਾਂ ਦੋਵਾਂ ਦੀ ਬਹੁਤ ਗੂੜੀ ਸੰਗਤ ਹੋ ਗਈ ਸੀ। ਉਹਨਾਂ ਦੇ ਕੋਲ ਇੱਕ ਪਾਣੀ ਦੀ ਬੋਤਲ ਸੀ, ਜਿਸ ਨਾਲ ਉਹਨਾਂ ਦੋਵਾਂ ਨੇ ਆਪਣੇ ਮੂੰਹ ਹੱਥ ਧੋਤੇ। ਥੋੜ੍ਹਾ ਜਿਹਾ ਪਾਣੀ ਉਹਨਾਂ ਨੇ ਬੋਤਲ ਵਿੱਚ ਬਚਾ ਕੇ ਰੱਖ ਲਿਆ। ਫਿਰ ਆਤਮਾ ਰਾਮ ਨੇ ਬੜੇ ਹੀ ਪਿਆਰ ਦੇ ਨਾਲ ਮੁਕਤੀ ਦੀ ਦਾਤੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਮਿੱਠੀ ਬਾਣੀ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਕੀਤਾ ਅਤੇ ਸਾਹਮਣੇ ਬੈਠ ਕੇ ਦੁਖੀ ਰਾਮ ਨੇ ਬਾਬੇ ਦੀ ਬਾਣੀ ਨੂੰ ਬੜੀ ਸ਼ਰਧਾ ਅਤੇ ਪ੍ਰੇਮ ਦੇ ਨਾਲ ਸੁਣਿਆ। ਪਾਠ ਦੇ ਭੋਗ ਤੋਂ ਬਾਅਦ ਆਤਮਾ ਰਾਮ ਨੇ ਬੜੇ ਪਿਆਰ ਦੇ ਨਾਲ ਫਤਿਹ ਬੁਲਾਈ ਅਤੇ ਅੱਗੋਂ ਬੜੇ ਹੀ ਪਿਆਰ ਦੇ ਨਾਲ ਦੁਖੀ ਰਾਮ ਨੇ ਫਤਿਹ ਦਾ ਜਵਾਬ ਦਿੱਤਾ। ਉਹਨਾਂ ਦੇ ਸਾਹਮਣੇ ਉਹਨਾਂ ਦੀ ਮੌਤ ਦਾ ਸਮਾਨ ਤਿਆਰ ਪਿਆ ਸੀ। ਇੱਕ ਮੋਟੇ ਅਤੇ ਮਜ਼ਬੂਤ ਟਾਹਣੇ ਨਾਲ 2 ਰੱਸੇ ਲਮਕ ਰਹੇ ਸਨ ਅਤੇ ਉਹਨਾਂ ਦੇ ਥੱਲੇ ਹੀ ਮੋਟੀਆਂ ਲੱਕੜਾਂ ਦਾ ਬਣਿਆ ਹੋਇਆ ਇੱਕ ਢੀਂਗਾ ਪਿਆ ਹੋਇਆ ਸੀ, ਜਿਸ ਉੱਤੇ ਖੜੇ ਹੋ ਕੇ ਉਹਨਾਂ ਨੇ ਰੱਸੇ ਆਪਣੇ ਗਲ ਵਿੱਚ ਪਾਉਣੇ ਸੀ। ਦੋਹਾਂ ਦੋਸਤਾਂ ਨੇ ਇੱਕ ਦੂਜੇ ਨੂੰ ਨਿੱਘੀ ਜਿਹੀ ਆਖਰੀ ਜੱਫੀ ਪਾਈ, ਨਿੱਘੀ ਜੀ ਤੇ ਪਿਆਰੀ ਜੀ ਆਖਰੀ ਜੱਫੀ ਪਾਈ ਅਤੇ ਬੋਤਲ ਵਿੱਚ ਰਹਿੰਦੇ ਬਾਕੀ ਪਾਣੀ ਦੀਆਂ 2-2 ਘੁੱਟਾਂ ਪੀ ਲਈਆਂ। ਇਹ 2 ਘੁੱਟ ਪਾਣੀ ਇਸ ਦੁਨੀਆ ਦੇ ਵਿੱਚ ਉਹਨਾਂ ਦੇ ਹਿੱਸੇ ਦਾ ਆਖਰੀ ਪਾਣੀ ਸੀ। ਫਿਰ ਆਤਮਾ ਰਾਮ ਨੇ ਆਪਣੀ ਜੇਬ ਦੇ ਵਿੱਚੋਂ ਸੁਸਾਈਡ ਨੋਟ ਕੱਢਿਆ, ਮਤਲਬ ਆਤਮ ਹੱਤਿਆ ਕਰਨ ਦਾ ਪੱਤਰ ਕੱਢਿਆ ਅਤੇ ਧਰਤੀ ਉੱਤੇ ਰੱਖ ਕੇ ਉਸ ਦੇ ਉੱਪਰ ਇੱਕ ਛੋਟਾ ਜਿਹਾ ਪੱਥਰ ਰੱਖ ਦਿੱਤਾ ਤਾਂ ਕਿ ਉੱਡ ਕੇ ਕਿਤੇ ਦੂਰ ਨਾ ਚਲਾ ਜਾਵੇ, ਹਵਾ ਦੇ ਨਾਲ ਉੱਡ ਕੇ ਦੂਰ ਨਾ ਚਲਾ ਜਾਏ। ਆਤਮਾ ਰਾਮ ਅਤੇ ਦੁਖੀ ਰਾਮ ਆਪਣਾ ਬਾਕੀ ਸਮਾਨ ਪਿੱਛੇ ਹੀ ਦੂਰ ਕਿਤੇ ਰਸਤੇ ਵਿੱਚ ਸਾੜ ਕੇ ਸਵਾਹ ਕਰ ਆਏ ਸੀ, ਤਾਂ ਕਿ ਉਹਨਾਂ ਦੇ ਘਰ-ਬਾਰ ਦਾ ਅਤਾ ਪਤਾ ਕਿਸੇ ਨੂੰ ਨਾ ਲੱਗ ਸਕੇ। ਉਹ ਨਹੀਂ ਚਾਹੁੰਦੇ ਸੀ ਕਿ ਉਹਨਾਂ ਦੇ ਮ੍ਰਿਤਕ ਸਰੀਰ ਉਹਨਾਂ ਦੇ ਘਰ ਵਾਲਿਆਂ ਦੇ ਹੱਥ ਲੱਗਣ। ਉਹਨਾਂ ਨੂੰ ਪਤਾ ਸੀ ਕਿ ਜਿਨ੍ਹਾਂ ਨੇ ਜਿਉਂਦੇ ਜੀ ਉਹਨਾਂ ਦੀ ਕਦਰ ਨਹੀਂ ਕੀਤੀ, ਹੁਣ ਉਹਨਾਂ ਨੇ ਸਾਡੇ ਮ੍ਰਿਤਕ ਸਰੀਰਾਂ ਦਾ ਕੀ ਕਰਨਾ ਹੈ। ਐਵੇਂ ਵਾਧੂ ਦਾ ਰੋਣਾ ਧੋਣਾ ਕਰਕੇ ਪਖੰਡ ਕਰਨਗੇ। ਇਸੇ ਕਰਕੇ ਹੀ ਉਹਨਾਂ ਨੇ ਆਪਣੇ ਦੇਸ਼ ਤੋਂ ਦੂਰ ਕਿਸੇ ਹੋਰ ਦੇਸ਼ ਵਿੱਚ ਮਰਨ ਦੀ ਥਾਂ ਲੱਭੀ ਸੀ। ਆਤਮਾ ਰਾਮ ਤੇ ਦੁਖੀ ਰਾਮ ਖਿੜੇ ਹੋਏ ਮਨ ਦੇ ਨਾਲ ਆਪਣੀ ਮੌਤ ਦੇ ਸਮਾਨ ਵੱਲ ਵਧੇ ਅਤੇ ਢੀਂਗੇ ਉੱਪਰ ਖੜੇ ਹੋ ਕੇ ਆਤਮਾ ਰਾਮ ਨੇ ਫਾਂਸੀ ਦਾ ਰੱਸਾ ਦੁਖੀ ਰਾਮ ਦੇ ਗਲ ਵਿੱਚ ਪਾ ਦਿੱਤਾ ਅਤੇ
ਅੱਗੋਂ ਦੁਖੀ ਰਾਮ ਨੇ ਆਖਿਆ, ਹੇ ਆਤਮਾ ਰਾਮ, ਮੈਂ ਦੁਖੀ ਰਾਮ ਮੇਰੀ ਹੱਤਿਆ ਦੇ ਪਾਪ ਤੋਂ ਤੈਨੂੰ ਮੁਕਤ ਕਰਦਾ ਹਾਂ। ਫਿਰ ਦੁਖੀ ਰਾਮ ਨੇ ਆਤਮਾ ਰਾਮ ਦੇ ਗਲ ਦੇ ਵਿੱਚ ਫਾਂਸੀ ਦਾ ਰੱਸਾ ਪਾ ਦਿੱਤਾ ਅਤੇ ਫਿਰ ਅੱਗੋਂ ਆਤਮਾ ਰਾਮ ਨੇ ਆਖਿਆ, ਹੇ ਦੁਖੀ ਰਾਮ, ਮੈਂ ਆਤਮਾ ਰਾਮ ਮੇਰੀ ਹੱਤਿਆ ਦੇ ਪਾਪ ਤੋਂ ਤੈਨੂੰ ਮੁਕਤ ਕਰਦਾ ਹਾਂ। ਫਿਰ ਦੋਹਾਂ ਮਿੱਤਰਾਂ ਨੇ ਇੱਕ ਦੂਜੇ ਨੂੰ ਦੇਖ ਕੇ ਸੋਹਣੀ ਜਿਹੀ ਅਤੇ ਮਿੱਠੀ ਜਿਹੀ ਹਾਸੀ ਹੱਸੀ ਅਤੇ ਇੱਕ ਦੂਜੇ ਦਾ ਹੱਥ ਫੜ ਲਿਆ। ਇਸ ਤੋਂ ਮਗਰੋਂ ਦੋਵਾਂ ਨੇ ਇੱਕੋ ਆਵਾਜ਼ ਵਿੱਚ ਆਖਿਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਬੁਲਾਉਂਦਿਆਂ ਸਾਰ ਹੀ ਉਹਨਾਂ ਨੇ ਢੀਂਗੇ ਨੂੰ ਪੈਰ ਮਾਰ ਕੇ ਆਪਣੇ ਪੈਰਾਂ ਥੱਲਿਓਂ ਕੱਢ ਦਿੱਤਾ। ਫਿਰ ਕੁਝ ਪਲਾਂ ਵਿੱਚ ਹੀ ਉਹਨਾਂ ਦੀਆਂ ਦੇਹਾਂ ਬੇਜਾਨ ਜੀਆਂ ਹੋ ਗਈਆਂ। 2 ਪਲਾਂ ਵਿੱਚ ਹੀ ਧਰਤੀ ਉੱਤੇ ਤੁਰਦੇ ਫਿਰਦੇ ਸਰੀਰ ਸਾਹਾਂ ਤੋਂ ਖਾਲੀ ਹੋ ਕੇ ਰੱਸਿਆਂ ਦੇ ਨਾਲ ਲਮਕ ਰਹੇ ਸੀ, ਜਿਵੇਂ ਬੀਜੜੇ ਦੇ ਆਲ੍ਹਣੇ ਦਰਖਤਾਂ ਦੀਆਂ ਟਾਹਣੀਆਂ ਦੇ ਨਾਲ ਲਮਕਦੇ ਹੋਣ। ਚਿੜੀ ਵਰਗਾ ਇੱਕ ਛੋਟਾ ਜਿਹਾ ਜਾਨਵਰ ਹੁੰਦਾ ਹੈ। ਪੰਜਾਬ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਉਹਨੂੰ ਬੀਂਡਾ ਜਾਂ ਬੀਜੜਾ ਆਖਿਆ ਜਾਂਦਾ ਹੈ। ਉਹ ਹਰੇ ਹਰੇ ਘਾਹ ਦੀਆਂ ਜਾਂ ਹੋਰ ਪੱਤਿਆਂ ਦੀਆਂ ਤਾਰਾਂ ਨਾਲ ਆਪਣੇ ਆਲ੍ਹਣੇ ਨੂੰ ਸੁੰਦਰ ਅਤੇ ਮਜ਼ਬੂਤ ਬਣਾਉਂਦਾ ਹੈ ਅਤੇ ਉਸ ਵਿੱਚ ਵਾਸਾ ਕਰਕੇ ਬੱਚੇ ਪੈਦਾ ਕਰਦਾ ਹੈ ਅਤੇ ਉਹਨਾਂ ਦਾ ਪਾਲਣ ਪੋਸ਼ਣ ਕਰਦਾ ਹੈ। ਬੱਚੇ ਵੱਡੇ ਹੋ ਕੇ ਉਹੋ ਜਿਹਾ ਇੱਕ ਹੋਰ ਘਰ ਬਣਾ ਲੈਂਦੇ ਹਨ, ਆਪਣੀ ਦੁਨੀਆ ਬਣਾ ਲੈਂਦੇ ਹਨ। ਸਮੇਂ ਦੇ ਚਖੇੜਿਆਂ ਨੂੰ ਝੱਲਦਾ ਹੋਇਆ ਉਹ ਪੁਰਾਣਾ ਆਲ੍ਹਣਾ ਹਰੇ ਤੋਂ ਚਿੱਟਾ ਅਤੇ ਚਿੱਟੇ ਤੋਂ ਭੂਰਾ ਹੋ ਕੇ ਕਮਜ਼ੋਰ ਜਿਹਾ ਹੋ ਜਾਂਦਾ ਹੈ। ਫਿਰ ਉਹ ਦਰਖਤ ਦੀ ਟਾਹਣੀ ਨਾਲ ਇਕੱਲਾ ਹੀ ਝੂਲਦਾ ਦਿਖਾਈ ਦਿੰਦਾ ਹੈ। ਜਿਵੇਂ ਆਤਮਾ ਰਾਮ ਤੇ ਦੁਖੀ ਰਾਮ ਬਚਪਨ ਤੋਂ ਜਵਾਨੀ ਤੇ ਜਵਾਨੀ ਤੋਂ ਬੁਢੇਪੇ ਵਿੱਚ ਆ ਕੇ ਆਤਮਾ ਰਾਮ ਤੇ ਦੁਖੀ ਰਾਮ ਦੀਆਂ ਲਾਸ਼ਾਂ ਅੱਜ ਬੀਆਬਾਨ ਜੰਗਲ ਵਿੱਚ ਦਰਖਤ ਦੇ ਟਾਹਣੇ ਨਾਲ ਇਕੱਲੀਆਂ ਹੀ ਝੂਲ ਰਹੀਆਂ ਸਨ। ਆਤਮਾ ਰਾਮ ਤੇ ਦੁਖੀ ਰਾਮ ਨੇ ਆਪਣੀਆਂ ਅੱਖਾਂ ਵਿੱਚ ਬਹੁਤ ਸਾਰੇ ਸੁਪਨੇ ਸਜਾ ਕੇ ਸੋਹਣੇ ਸੋਹਣੇ ਘਰ ਬਣਾਏ ਸਨ, ਚਾਵਾਂ ਨਾਲ ਬੱਚਿਆਂ ਦਾ ਪਾਲਣ ਪੋਸ਼ਣ ਕੀਤਾ ਸੀ। ਪਰ ਅੱਜ ਉਹ ਉਸ ਸੁੱਕੇ ਤੇ ਕਮਜ਼ੋਰ ਆਲ੍ਹਣੇ ਵਾਂਗ ਆਪਣੀ ਮੌਤ ਨੂੰ ਆਪ ਗਲੇ ਲਗਾ ਕੇ ਦਰਖਤ ਦੇ ਟਾਹਣੇ ਨਾਲ ਆਪਣੇ ਹੀ ਗਲਾਂ ਵਿੱਚ ਰੱਸੇ ਪਾਈ ਇਕੱਲੇ ਹੀ ਝੂਲ ਰਹੇ ਸਨ। ਇਹ ਤਾਂ ਵਿਚਾਰੇ ਕਦੋਂ ਦੇ ਇਸ ਝੂਠੀ ਅਤੇ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਸਨ। ਆਤਮਾ ਰਾਮ ਤੇ ਦੁਖੀ ਰਾਮ ਕਦੋਂ ਦੇ ਹੀ ਇਸ ਝੂਠੀ ਅਤੇ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਸਨ। ਇੱਕ ਦਿਨ ਮੰਗੀ ਰਾਮ ਦੇ ਫੋਨ ਉੱਤੇ ਇੱਕ ਅਜੀਬ ਜਿਹੇ ਨੰਬਰ ਦੀ ਕਾਲ ਆਈ। ਉਸਨੇ ਜਦ ਫੋਨ ਚੁੱਕਿਆ ਤਾਂ ਅੱਗੋਂ ਇੱਕ ਬੰਦੇ ਦੀ ਆਵਾਜ਼ ਆਈ ਅਤੇ ਉਸਨੇ ਮੰਗੀ ਰਾਮ ਕੋਲੋਂ ਉਸ ਦਾ ਨਾਮ ਪੁੱਛਿਆ। ਮੰਗੀ ਰਾਮ ਨੇ ਆਖਿਆ, ਹਾਂਜੀ ਹਾਂਜੀ, ਮੈਂ ਮੰਗੀ ਰਾਮ ਹੀ ਬੋਲ ਰਿਹਾ ਹਾਂ। ਉਸ ਆਵਾਜ਼ ਨੇ ਦੱਸਿਆ ਕਿ ਤੁਹਾਡੇ ਦੋਸਤਾਂ ਨੇ ਆਤਮ ਹੱਤਿਆ ਕਰ ਲਈ ਹੈ ਅਤੇ ਉਹ ਇੱਕ ਚਿੱਠੀ ਲਿਖ ਕੇ ਛੱਡ ਗਏ ਹਨ ਅਤੇ ਉਸ ਵਿੱਚ ਤੁਹਾਡਾ ਨਾਮ ਲਿਖਿਆ ਹੈ। ਉਹਨਾਂ ਨੇ ਲਿਖਿਆ ਹੈ ਕਿ ਸਾਡੀਆਂ ਲਾਸ਼ਾਂ ਨੂੰ ਸਾਂਭਣ ਵਾਸਤੇ
ਮੰਗੀ ਰਾਮ ਨੂੰ ਇੱਥੇ ਬੁਲਾਇਆ ਜਾਵੇ। ਸੋ ਤੁਸੀਂ ਜਲਦੀ ਨਾਲ ਸਾਡੇ ਦੇਸ਼ ਦਾ ਵੀਜ਼ਾ ਲੈ ਕੇ ਆ ਜਾਓ। ਅਸੀਂ ਤੁਹਾਨੂੰ ਅਰਜੈਂਟਲੀ ਵੀਜ਼ਾ ਲੈਟਰ ਇਸ਼ੂ ਕਰਕੇ ਈਮੇਲ ਕਰ ਦਿੰਦੇ ਹਾਂ ਅਤੇ ਤੁਸੀਂ ਲੈਟਰ ਲੈ ਕੇ ਸਾਡੀ ਅੰਬੈਸੀ ਵਿੱਚ ਚਲੇ ਜਾਣਾ ਅਤੇ ਤੁਹਾਨੂੰ ਵੀਜ਼ਾ ਮਿਲ ਜਾਏਗਾ। ਮੰਗੀ ਰਾਮ ਵੀਜ਼ਾ ਲੈ ਕੇ ਜਹਾਜ਼ ਚੜ੍ਹ ਗਿਆ ਅਤੇ ਜਾ ਆਪਣੇ ਦੋਸਤਾਂ ਦੇ ਚਿਹਰਿਆਂ ਦੇ ਦਰਸ਼ਨ ਕੀਤੇ। ਆਪਣੇ ਦੋਸਤਾਂ ਦੇ ਬੇਜਾਨ ਸਰੀਰਾਂ ਨੂੰ ਦੇਖ ਕੇ ਉਸ ਦੀਆਂ ਭੁੱਬਾਂ ਨਿਕਲ ਗਈਆਂ। ਪੁਲਿਸ ਨੇ ਜੋ ਫੋਟੋਆਂ ਮੌਕੇ ਉੱਤੇ ਖਿੱਚੀਆਂ ਸਨ ਉਹ ਮੰਗੀ ਰਾਮ ਦੇ ਹਵਾਲੇ ਕਰ ਦਿੱਤੀਆਂ। ਉਸਨੇ ਫੋਟੋਆਂ ਵਿੱਚ ਦੇਖਿਆ ਕਿ ਉਸਦੇ ਪਿਆਰੇ ਦੋਸਤ ਇੱਕ ਦਰਖਤ ਦੇ ਟਾਹਣੇ ਨਾਲ ਤੋਰੀਆਂ ਵਾਂਗ ਲਟਕ ਰਹੇ ਹਨ। ਫਿਰ ਉਸਨੇ ਉਹਨਾਂ ਦੀ ਹੱਥ ਲਿਖਤ ਚਿੱਠੀ ਪੜ੍ਹੀ। ਉਸ ਚਿੱਠੀ ਦੀਆਂ ਸ਼ਰਤਾਂ ਮੁਤਾਬਕ ਮੰਗੀ ਰਾਮ ਨੇ ਆਪਣੇ ਦੋਸਤਾਂ ਦਾ ਅੰਤਮ ਸੰਸਕਾਰ ਉੱਥੇ ਹੀ ਬਿਜਲੀ ਦੀਆਂ ਮਸ਼ੀਨਾਂ ਵਿੱਚ ਪਾ ਕੇ ਕਰ ਦਿੱਤਾ ਅਤੇ ਆਪਣੇ ਦੋਸਤਾਂ ਨੂੰ ਸਵਾਹ ਦੀ ਮੁੱਠੀ ਦੇ ਰੂਪ ਵਿੱਚ ਆਪਣੇ ਬੈਗ ਵਿੱਚ ਪਾ ਕੇ ਆਪਣੇ ਦੇਸ਼ ਨੂੰ ਲੈ ਆਇਆ। ਇੱਥੇ ਇੰਡੀਆ ਵਿੱਚ ਆ ਕੇ ਉਹ ਦਿੱਲੀ ਏਅਰਪੋਰਟ ਉਤਰਿਆ ਅਤੇ ਉੱਥੋਂ ਸਿੱਧਾ ਕੀਰਤਪੁਰ ਸਾਹਿਬ ਚਲਾ ਗਿਆ ਅਤੇ ਆਪਣੇ ਦੋਸਤਾਂ ਦੀਆਂ ਅਸਥੀਆਂ ਨੂੰ ਰਲਾ ਮਿਲਾ ਕੇ ਇਕੱਠਿਆਂ ਹੀ ਜਲ ਪ੍ਰਵਾਹ ਕਰ ਦਿੱਤਾ। ਫਿਰ ਉਸਨੇ ਦਰਬਾਰ ਸਾਹਿਬ ਜਾ ਕੇ ਉਹਨਾਂ ਦੇ ਨਾਮ ਦੀ ਦੇਗ ਕਰਾ ਕੇ ਅਰਦਾਸ ਕਰਵਾਈ। ਮੰਗੀ ਰਾਮ ਅੱਜ ਵੀ ਆਪਣੇ ਮੂੰਹ ਨੂੰ ਸੀਨਾ ਮਾਰੀ ਬੈਠਾ ਹੈ। ਉਹ ਆਪਣੇ ਦੋਸਤਾਂ ਦੀ ਕਸਮ ਦਾ ਬੱਝਿਆ ਹੋਇਆ ਅਤੇ ਉਹਨਾਂ ਦੀ ਮੌਤ ਦੀ ਖਬਰ ਨੂੰ ਆਪਣੇ ਦਿਲ ਵਿੱਚ ਛੁਪਾਈ ਬੈਠਾ ਹੈ। ਹਰ ਰੋਜ਼ ਉਹਨਾਂ ਦੀ ਚਿੱਠੀ ਨੂੰ ਪੜ੍ਹ ਲੈਂਦਾ ਹੈ ਅਤੇ ਉਹਨਾਂ ਦੀਆਂ ਫੋਟੋਆਂ ਨੂੰ ਦਿਨ ਵਿੱਚ ਕਈ ਵਾਰੀ ਦੇਖ ਲੈਂਦਾ ਹੈ। ਦੋਸਤੋ, ਇਹ ਕਹਾਣੀ ਸੁਣਨ ਲੱਗਿਆਂ ਅਤੇ ਸੁਣਾਉਣ ਲੱਗਿਆਂ ਸਾਡੇ ਦੋਵਾਂ ਦੀਆਂ ਅੱਖਾਂ ਵਿੱਚੋਂ ਪਰਲ ਪਰਲ ਪਾਣੀ ਵਗ ਰਿਹਾ ਸੀ। ਆਤਮਾ ਰਾਮ ਤੇ ਮੰਗੀ ਰਾਮ, ਉਹਨਾਂ ਦੇ ਘਰ ਵਾਲੇ ਅੱਜ ਵੀ ਉਹਨਾਂ ਨੂੰ ਜਿੰਦਾ ਸਮਝ ਕੇ ਉਹਨਾਂ ਦੀ ਉਡੀਕ ਕਰ ਰਹੇ ਹਨ। ਪਿਆਰੀ ਸਾਧ ਸੰਗਤ ਜੀ, ਇਹ ਸੀ ਮੇਰੀ ਲਿਖੀ ਇੱਕ ਸੱਚੀ ਕਹਾਣੀ, ਮੇਰੇ ਦੋਸਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।